ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਗ ਪੁਨ ਪੁਨ ਸੀਸਾ। ਪਗ ਪੁਨ ਪੁਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ। ਜਾਂ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਇਹ ਜੋ ਦੀਨਤ ਖਾਣ ਹੈ ਦੀਨੋ ਹਮਕੋ ਥਾਏ। ਰਹਿਣ ਬਿਖੈ ਸੇਵਾ ਕਰੀ ਪ੍ਰੀਤ ਹਿਰਦੈ ਅਧਿਕਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ।
ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਜੀ ਹਾਰੂ ਨਗਰ ਗਏ ਸਨ। ਇਹ ਦੂਸਰੀ ਉਦਾਸੀ ਦਾ ਸਮਾਂ ਹੈ। ਜਿਵੇਂ ਕਈ ਦੇਸ਼ਾਂ ਦੇ ਵਿੱਚ ਸੁਲਤਾਨੀਏ ਜਿਨ੍ਹਾਂ ਨੂੰ ਲਾਲਾਂ ਵਾਲਾ ਲੱਖਾਂ ਵਾਲਾ ਦਾਤਾ ਤੌਂਕੜੀਆ ਜਾਂ ਪੀਰ ਕਹਿ ਕੇ ਇਸਲਾਮ ਦੇ ਵਿੱਚ ਪੂਜਿਆ ਜਾਂਦਾ ਹੈ। ਲੱਖ ਦਾਤਾ ਵੀ ਉਸੇ ਨੂੰ ਕਹਿੰਦੇ ਨੇ, ਲਾਲਾਂ ਵਾਲਾ ਵੀ ਉਸੇ ਨੂੰ ਕਹਿੰਦੇ ਨੇ, ਸਖੀ ਸਰਵਰ ਵੀ ਉਸੇ ਨੂੰ ਕਹਿੰਦੇ ਨੇ, ਪੀਰ ਵੀ ਉਸੇ ਨੂੰ ਕਹਿੰਦੇ ਨੇ। ਇਸੇ ਤਰ੍ਹਾਂ ਸਰੇਵੜੇ ਨੇ। ਇੱਥੇ ਜਦੋਂ ਸਤਿਗੁਰੂ ਹਾਰੂ ਨਗਰ ਗਏ ਨੇ, ਇੱਥੇ ਇੱਕ ਸਰੇਵੜਾ ਜਿਹੜਾ ਸੀ ਸਭ ਤੋਂ ਆਪਣੀ ਗੁਰੂ ਰੂਪ ਦੇ ਵਿੱਚ ਪੂਜਾ ਕਰਾਉਂਦਾ ਸੀ। ਉਹ ਜਦੋਂ ਜੰਤਰ ਮੰਤਰ ਪੜ੍ਹਦਾ ਸੀ ਤੇ ਮੀਂਹ ਵੀ ਪੈ ਜਾਂਦਾ ਸੀ। ਗੁਰੂ ਜੀ ਜਦੋਂ ਇੱਥੇ ਆਏ ਤੇ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ, ਉੱਥੋਂ ਦੇ ਰਹਿਣ ਵਾਲਿਆਂ ਨੂੰ, ਵੀ ਤੁਸੀਂ ਸਤਿਨਾਮ ਜਪਿਆ ਕਰੋ। ਉਹ ਕਹਿਣ ਲੱਗੇ ਜੀ ਅਸੀਂ ਤੇ ਜਪ ਲਈਏ, ਪਰ ਸਾਡਾ ਗੁਰੂ ਕਹਿੰਦਾ ਵੀ ਮੇਰਾ ਨਾਂ ਜਪੋ। ਸਤਿਗੁਰੂ ਨੇ ਫਿਰ ਕਲਾ ਵਰਤਾਈ, ਉਹਦੀ ਸ਼ਕਤੀ ਖੋਹ ਲਈ। ਫਿਰ ਉਹਦੇ ਕੋਲੋਂ ਮੀਂਹ ਵੀ ਨਹੀਂ ਪੈਂਦੇ। ਅਖੀਰ ਉੱਥੋਂ ਦਾ ਰਾਜਾ, ਉੱਥੋਂ ਦੀ ਪ੍ਰਜਾ ਉਹ ਗੁਰੂ ਜੀ ਦੀ ਸਿੱਖੀ ਧਾਰਨ ਕਰਦੀ ਹੈ। ਜਦੋਂ ਸਾਰੇ ਉਹਨੂੰ ਮੰਨਣੋਂ ਹਟ ਗਏ, ਉਹਨੂੰ ਬੜਾ ਗੁੱਸਾ ਆਇਆ। ਹੁਣ ਉਹ ਗੁਰੂ ਜੀ ਨਾਲ ਚਰਚਾ ਕਰਨ ਵਾਸਤੇ ਆ ਗਿਆ। ਇੱਥੇ ਸਤਿਗੁਰੂ ਜੀ ਨੇ ਫਿਰ ਮਾਰੂ ਕੀ ਵਾਰ ਵਿੱਚ ਇੱਕ ਸ਼ਬਦ ਉਚਾਰਿਆ, ਜਿਹੜਾ ਸਰੇਵੜਿਆਂ ਦੀ ਜਿਹੜੀ ਰਹੁ ਰੀਤ ਸੀ ਉਹਦੀ ਨਖੇਦੀ ਕਰਦਾ ਸੀ। ਵੀ ਇਹ ਕੀ ਧਰਮ ਹੋਇਆ ਭਾਈ ਕਿ ਤੁਸੀਂ ਆਪਣੀ ਗੰਦਗੀ ਵੀ ਫਰੋਲਣੀ ਸ਼ੁਰੂ ਕਰ ਦਿਓ ਕਿ ਕੀੜੇ ਪੈਦਾ ਹੋ ਕੇ ਨਾ ਮਰ ਜਾਣ। ਤੁਸੀਂ ਸਵਾਹ ਦੇ ਨਾਲ ਆਪਣੇ ਸਿਰ ਦੇ ਵਾਲ ਪੁੱਟ ਸੁੱਟੋ ਕਿ ਕਿਤੇ ਉਹਨਾਂ ਵਿੱਚ ਜੂਆਂ ਨਾ ਪੈਦਾ ਹੋ ਜਾਣ ਤੇ ਜੂਆਂ ਦੇ ਮਰਨ ਨਾਲ ਸਾਨੂੰ ਪਾਪ ਨਾ ਲੱਗੇ। ਇਹ ਐਵੇਂ ਟਕਲੇ ਵਰਗਾ ਸਿਰ ਨਹੀਂ ਕਰਦੇ, ਉਹਦੇ ਪਿੱਛੇ ਇੱਕ ਕਾਰਨ ਹੈ ਕਿ ਸਿਰ ਵਿੱਚ ਜੂਆਂ ਪੈਦਾ ਹੋ ਸਕਦੀਆਂ ਨੇ ਪਸੀਨੇ ਨਾਲ। ਸਤਿਗੁਰੂ ਕਹਿੰਦੇ ਵੀ ਕਿੱਦਾਂ ਦਾ ਧਰਮ ਹੈ ਤੁਹਾਡਾ ਬਈ, ਪਾਣੀ ਦੇਖ ਸੰਗਾਹੀ, ਪਾਣੀ ਨੂੰ ਦੇਖ ਕੇ ਸੰਗਦੇ ਹੋ, ਸ਼ਰਮ ਮਹਿਸੂਸ ਕਰਦੇ ਹੋ, ਪਰ ਕੀ ਪਾਣੀ ਤੋਂ ਬਿਨਾਂ ਨਮਾਜ਼ ਪੜ੍ਹੀ ਜਾ ਸਕਦੀ ਹੈ? ਉਹਦੇ ਲਈ ਵੀ ਉਜੂ ਸਾਜਣਾ ਪੈਂਦਾ। ਕੀ ਪਾਣੀ ਤੋਂ ਬਿਨਾਂ ਪੂਜਾ ਹੋ ਸਕਦੀ ਹੈ? ਕਿਉਂਕਿ ਇਸ਼ਨਾਨ ਕਰਨਾ ਪੈਂਦਾ। ਕਿ ਪਾਣੀ ਤੋਂ ਬਿਨਾਂ ਤੀਰਥ ਹੋ ਸਕਦੇ ਨੇ, ਦੇਵੀ ਦੇਵਤਿਆਂ ਦੀ ਪੂਜਾ ਹੋ ਸਕਦੀ ਹੈ? ਜੇ ਨਹੀਂ ਤੇ ਤੁਸੀਂ ਪਾਣੀ ਤੋਂ ਕਿਵੇਂ ਮੁਨਕਰ ਹੋਏ ਭਾਈ? ਤੋ ਸਤਿਗੁਰੂ ਜੀ ਨੇ ਇੱਥੇ ਇਹਨਾਂ ਨੂੰ ਮਾਰਗ ਦਰਸ਼ਨ ਬਖਸ਼ਿਆ। ਅਖੀਰ ਉਹ ਸਰੇਵੜਾ ਵੀ ਸਿੱਖ ਬਣਿਆ, ਚਰਨ ਪਹੁੜ ਲਈ। ਇੱਥੇ ਗੁਰੂ ਜੀ ਨੇ ਧਰਮਸ਼ਾਲਾ ਬਣਵਾਈ, ਉਹਦੇ ਵਿੱਚ ਧਾਰਮਿਕ ਮਰਿਆਦਾ ਸਥਾਪਿਤ ਕੀਤੀ। ਇਸ ਤੋਂ ਅੱਗੇ ਜਦੋਂ ਸਤਿਗੁਰੂ ਜੀ ਤੁਰੇ ਨੇ ਤਾਂ
ਚਲਤਿਓ ਪੰਥ ਗ੍ਰਾਮ ਇੱਕ ਆਵਾ, ਬਸੇ ਤਖਾਣ ਭਗਤ ਮਨ ਭਾਵਾ। ਇੱਕ ਨਗਰੀ ਆਈ, ਜਿਸ ਨਗਰੀ ਦੇ ਵਿੱਚ ਇੱਕ ਤਰਖਾਣਾ ਦਾ ਘਰ ਹੈ। ਅਮੂਮਨ ਮੈਂ ਪੰਜਾਬ ਦੇ ਵਿੱਚ ਵੇਖਿਆ ਕਿ ਇੱਕ ਪਿੰਡ ਵਿੱਚ ਤਰਖਾਣਾ ਦਾ ਇੱਕ ਅੱਧਾ ਹੀ ਘਰ ਹੁੰਦਾ ਸੀ ਤੇ ਸਾਰੇ ਪਿੰਡ ਦਾ ਤਰਖਾਣਾ ਕੰਮ ਉਹੀ ਕਰਦਾ ਸੀ। ਜ਼ਿਆਦਾ ਹੋਇਆ ਤੇ ਦੋ ਹੋ ਗਏ। ਭਾਵ ਇਹ ਜਾਤੀ ਦੇ ਤੌਰ ਤੇ ਸ਼ੁਰੂ ਨਹੀਂ ਹੋਇਆ। ਗੱਲ ਤੇ ਸੀ ਜਿਹੜਾ ਲੱਕੜ ਦਾ ਕੰਮ ਕੀਤਾ ਕਰਦਾ ਸੀ ਉਹਨੂੰ ਤਰਖਾਣ ਕਹਿਤਾ, ਜਿਹਨੇ ਲੋਹੇ ਦਾ ਕੀਤਾ ਉਹਨੂੰ ਲੁਹਾਰ ਕਹਿਤਾ, ਜਿਹਨੇ ਮਿੱਟੀ ਦਾ ਕੀਤਾ ਉਹਨੂੰ ਘੁਮਿਆਰ ਕਹਿਤਾ, ਜਿਹਨੇ ਸੋਨੇ ਦਾ ਕੀਤਾ ਉਹਨੂੰ ਸੁਨਿਆਰ ਕਹਿਤਾ। ਉਹ ਫਿਰ ਪੀੜ੍ਹੀ ਦਰ ਪੀੜ੍ਹੀ ਅੱਗੋਂ ਫਿਰ ਉਹ ਤਰਖਾਣੀ ਕੁਲ ਚੱਲ ਪਈ। ਹੌਲੀ ਹੌਲੀ ਸ਼ਬਦ ਫਿਰ ਇਹ ਰਾਮਗੜੀਆ ਬਣ ਗਿਆ। ਤੋ ਇੱਥੇ ਇੱਕ ਤਰਖਾਣਾ ਘਰ ਸੀ, ਪਰ ਉਹ ਜਿਹੜਾ ਤਰਖਾਣ ਮੁਖੀ ਸੀ ਘਰ ਦਾ, ਬਹੁਤ ਰੱਬ ਦਾ ਪਿਆਰਾ ਭਗਤ ਸੀ। ਉਹਦੇ ਘਰ ਗੁਰੂ ਨਾਨਕ ਸਾਹਿਬ ਰਾਤ ਰਹੇ। ਕਿਉਂ ਗਏ ਉੱਥੇ? ਕਵੀ ਜੀ ਕਹਿੰਦੇ ਕਿ ਉਸ ਭਗਤ ਨੂੰ ਉਪਦੇਸ਼ ਦੇਣ ਨਹੀਂ ਗਏ ਸਤਿਗੁਰੂ, ਸਗੋਂ ਉਹਦੀ ਭਗਤੀ ਨੂੰ ਫਲੀਭੂਤ ਕਰਨ ਗਏ, ਉਹਨੂੰ ਨਵਾਜਣ ਗਏ, ਉਹਨੂੰ ਕਿਰਤਾਰਥ ਕਰਨ ਗਏ। ਸੰਤਨ ਕੀ ਸੇਵਾ ਨਿਤ ਕਰਹੀ, ਅਦਕ ਭਾਉ ਹਿਰਦੇ ਮੈਂ ਧਰਹੀ, ਕਰਨ ਕਿਰਤਾਰਥ ਜਨ ਕੇ ਹੇਤਾ। ਗੁਰੂ ਉਹਨੂੰ ਨਵਾਜਣ ਗਿਆ। ਸ਼੍ਰੀ ਗੁਰ ਤਹਿ ਕੇ ਗਏ ਨ ਕੀਤਾ, ਉਹਦੇ ਘਰ ਜਾ ਕੇ ਦਸਤਖਤ ਦਿੱਤੀ ਹੈ। ਜਿਵੇਂ ਭਾਈ ਲਾਲੋ ਦੇ ਘਰ ਆਪ ਗਏ ਸੀ ਨਾ, ਉਹ ਵੀ ਤਰਖਾਣ ਸੀ। ਅੱਜ ਇਹਦੇ ਘਰ ਵੀ ਆਪ ਗਏ ਨੇ, ਇਹ ਵੀ ਤਰਖਾਣ ਹੈ। ਪਰ ਹੋਇਆ ਕੀ? ਹੋਇਆ ਇਹ ਕਿ ਇਹ ਜਿਹੜਾ ਤਰਖਾਣ ਸੀ ਇਹਨੇ ਸੇਵਾ ਬੜੀ ਕੀਤੀ। ਤੇ ਸਵੇਰੇ ਜਦੋਂ ਗੁਰੂ ਜੀ ਉੱਠੇ ਕਹਿਣ ਲੱਗੇ ਭਾਈ ਅਸੀਂ ਚੱਲੇ ਹਾਂ, ਤੇ ਉਹਦੀ ਛਪਰੀ ਵੀ ਢਾਤੀ, ਉਹਦਾ ਪਲੰਗ ਵੀ ਤੋੜਤਾ ਜਿੱਥੇ ਰਾਤ ਸੁੱਤੇ ਸੀ, ਉਹਦੇ ਮਿੱਟੀ ਦੇ ਭਾਂਡੇ ਵੀ ਤੁੜਵਾ ਦਿੱਤੇ। ਪਰ ਉਹ ਤਰਖਾਣ ਰੱਬ ਦੇ ਭਾਵ ਵਿੱਚ ਜਿਉਣ ਵਾਲਾ, ਉਹ ਬੋਲਿਆ ਹੀ ਨਹੀਂ। ਉਹਨੇ ਉਫ ਤੱਕ ਨਹੀਂ ਕੀਤੀ, ਉਹ ਕੁਸਕਿਆ ਹੀ ਨਹੀਂ। ਉਹਨੇ ਇਸ ਨੂੰ ਰੱਬੀ ਭਾਣਾ ਮੰਨ ਕੇ, ਰਜਾ ਮੰਨ ਕੇ ਫਿਰ ਵੀ ਸਤਿਗੁਰੂ ਜੀ ਨੂੰ ਵਿਦਾ ਕਰਨਾ ਕੀਤਾ। ਨਗਰੀ ਤੋਂ ਬਾਹਰ ਤੋਰਨ ਵੀ ਗਿਆ। ਹੁਣ ਉਹ ਤੇ ਮੁੜ ਗਿਆ ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਫਿਰ ਪੁੱਛਦੇ ਨੇ। ਇੱਥੋਂ ਹੀ ਅੱਜ ਦੀ ਕਥਾ ਆਰੰਭ ਹੈ। ਹਾਂਜੀ। ਇਹ ਜੋ ਦੀਨਤ ਖਾਨ ਹੈ, ਦੀਨੋ ਹਮਕੋ ਥਾਏ। ਸਤਿਗੁਰੂ ਅੱਜ ਕੀ ਕੌਤਕ ਤੁਸੀਂ ਵਰਤਾਇਆ। ਏਡੀ ਵੱਡੀ ਨਗਰੀ ਹੈ, ਨਗਰੀ ਵਿੱਚ ਬੜੇ ਬੜੇ ਵੱਡੇ ਲੋਕ ਵੀ ਰਹਿੰਦੇ ਸੀ, ਪਰ ਸਾਨੂੰ ਰਹਿਣ ਵਾਲੀ ਥਾਂ ਤੇ ਤਰਖਾਣੇ ਘਰ ਵਿੱਚ ਹੀ ਮਿਲੀ ਹੈ ਨਾ। ਇਸ ਤਰਖਾਣੀ ਕਿਰਤ ਕਰਨ ਵਾਲੇ ਇਸ ਗਰੀਬ ਨੇ ਸਾਨੂੰ ਆਪਣੇ ਘਰ ਮੰਜਾ ਬਿਸਤਰਾ ਦਿੱਤਾ, ਪਲੰਗ ਦਿੱਤਾ, ਲੰਗਰ ਭੋਜਨ ਛਕਾਇਆ ਉਸਨੇ। ਹਾਂਜੀ। ਰਹਿਣ ਬਿਖੈ ਸੇਵਾ ਕਰੀ, ਪ੍ਰੀਤ ਹਿਰਦੈ ਅਧਿਕਾਏ। ਸਾਰੀ ਰਾਤ ਉਸਨੇ ਸੇਵਾ ਕੀਤੀ, ਬੜੀ ਅਦਕ ਪ੍ਰੀਤੀ ਨਾਲ, ਚਾਉ ਨਾਲ, ਖੁਸ਼ੀ ਨਾਲ, ਮਨ ਦੇ ਉਮਾਹ ਨਾਲ, ਆਪਣੀ ਜਥਾ ਸ਼ਕਤੀ ਦੇ ਅਨੁਸਾਰ ਉਹਨੇ ਸਾਡੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ। ਹਾਂਜੀ। ਬਾਹਰੋ ਆਇਓ ਕਰਨ ਵਿਦਾਈ, ਸਭ ਬਿਦ ਕੀਨੀ ਇਨ ਪਲ ਆਈ। ਕਹਿਣ ਲੱਗਾ ਮਹਾਰਾਜ ਫਿਰ ਵੇਖੋ ਵੀ ਅਸੀਂ ਉਹਦਾ ਘਰ ਤੋੜ ਦਿੱਤਾ, ਉਹਦਾ ਪਲੰਗ ਤੋੜ ਦਿੱਤਾ, ਉਹਦੇ ਭਾਂਡੇ ਤੋੜ ਦਿੱਤੇ, ਉਹ ਫਿਰ ਵੀ ਸਾਨੂੰ ਵਿਦਾ ਕਰਨ ਆਇਆ। ਉਹਨੇ ਬਕਾਇਦਾ ਫਿਰ ਸਾਡਾ ਸਨਮਾਨ ਕੀਤਾ ਕਿ ਉਹਨੇ ਸਾਨੂੰ ਵਿਦਾਇਗੀ ਦਿੱਤੀ ਹੈ।
ਬਹੁਰੋ ਆਇਓ ਕਰਨ ਬਧਾਈ, ਸਭ ਬਿਦ ਕੀਨੀ ਇਨ ਭਲਾਈ। ਉਹਨੇ ਕੋਈ ਬੁਰਾ ਕੰਮ ਨਹੀਂ ਕੀਤਾ, ਸਭ ਭਲੇ ਕੰਮ ਕੀਤੇ ਨੇ। ਅਸੀਂ ਉਹਦੇ ਨਾਲ ਸਗੋਂ ਬੁਰਾ ਕੀਤਾ। ਭਾਂਡੇ ਤੋੜ ਦਿੱਤੇ, ਮੰਜੀ ਤੋੜ ਦਿੱਤੀ, ਉਹਦੀ ਝੁੱਗੀ ਚੌਪੜੀ ਤੋੜ ਦਿੱਤੀ। ਹਾਂਜੀ। ਤੁਮਨੈ ਛਪਰੀ ਇਸ ਕੀ ਤੋਰੀ, ਕਰ ਕੀ ਔਰ ਸਮਗਰੀ ਫੋਰੀ। ਸਤਿਗੁਰੂ ਇੱਕ ਕੌਤਕ ਹੈ ਕੀ ਹੈ? ਭਾਈ ਮਰਦਾਨਾ ਜੀ ਕਹਿੰਦੇ ਬਾਬਾ ਮੈਨੂੰ ਨਹੀਂ ਸਮਝ ਆਉਂਦੀ ਕਿ ਆਪ ਜੀ ਨੇ ਹੁਕਮ ਕੀਤਾ ਛਪਰੀ ਤੋੜ ਦਿਓ, ਟੁੱਟ ਗਈ, ਮੰਜੀ ਤੋੜ ਦਿਓ, ਟੁੱਟ ਗਈ, ਭਾਂਡੇ ਤੋੜ ਦਿਓ, ਟੁੱਟ ਗਏ। ਹਾਂਜੀ। ਕਿਉ ਤੁਮਰੇ ਮਨ ਮੈਂ ਰਿਸ ਆਈ, ਇਸਕੇ ਸਿਰ ਪਰ ਅਸ ਗੁਜਰਾਈ। ਆਖਿਆ ਮਹਾਰਾਜ ਕੀ ਤੁਸੀਂ ਨਾਰਾਜ਼ ਹੋਏ ਉਸ ਤਰਖਾਣੀ ਕਿਰਤ ਕਰਨ ਵਾਲੇ ਬੰਦੇ ਨਾਲ? ਸਤਿਗੁਰੂ ਕਹਿੰਦੇ ਨਹੀਂ। ਕਹਿੰਦਾ ਮਹਾਰਾਜ ਫਿਰ ਕੋਈ ਗੁੱਸਾ ਸੀ? ਸਤਿਗੁਰੂ ਕਹਿੰਦੇ ਨਹੀਂ। ਤੇ ਫਿਰ ਮਹਾਰਾਜ ਇਦਾਂ ਦੀ ਉਹਦੇ ਤੇ ਵਿਚਾਰੇ ਤੇ ਕਿਉਂ ਗੁਜ਼ਰੀ? ਕਿਉਂਕਿ ਉਹਨੇ ਬੜੀ ਮੁਸ਼ਕਲ ਛੰਨ ਪਾਈ ਹੋਏਗੀ, ਮੰਜਾ ਬਣਾਇਆ ਹੋਏਗਾ, ਭਾਂਡੇ ਬਣਾਏ ਹੋਣਗੇ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਗਰੀਬ ਦੀ ਮੱਝ ਤੇ ਅਮੀਰ ਦੀ ਫੈਕਟਰੀ ਬਰਾਬਰ ਹੈ। ਇਹ ਗੱਲ ਮੈਨੂੰ ਕਿਸੇ ਰਾਜਨੀਤਿਕ ਮੰਤਰੀ ਪੱਧਤੀ ਦੇ ਬੰਦੇ ਨੇ ਦੱਸੀ ਸੀ। ਕਹਿੰਦਾ ਗਿਆਨੀ ਜੀ ਅਸੀਂ ਇਲੈਕਸ਼ਨ ਜਿੱਤਦੇ ਹਾਂ ਤੇ ਸਾਨੂੰ ਲੋਕਾਂ ਨਾਲ ਇਸ ਕਦਰ ਰਿਸ਼ਤਾ ਜੋੜਨਾ ਪੈਂਦਾ ਵੀ ਜੇ ਕਿਸੇ ਦੀ ਮੱਝ ਵੀ ਬਿਮਾਰ ਹੋਵੇ ਤੇ ਪਤਾ ਲੈਣ ਜਾਣਾ ਪੈਂਦਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਬਹਾਨਾ ਹੁੰਦਾ ਜਾਂ ਕੀ ਹੁੰਦਾ ਹੈ? ਕਹਿੰਦਾ ਬਹਾਨਾ ਤੇ ਹੁੰਦਾ ਹੀ ਹੈ, ਪਰ ਸੱਚ ਵੀ ਇਹੋ ਹੀ ਹੈ। ਅਮੀਰ ਦੀ ਫੈਕਟਰੀ 2-4 ਦਿਨ ਕੰਮ ਨਾ ਚੱਲੇ ਤੇ ਗਰੀਬ ਦੀ ਮੱਝ 2-4 ਦਿਨ ਦੁੱਧ ਨਾ ਦੇਵੇ, ਕਹਿੰਦੇ ਉਹਦੇ ਘਰ ਰੋਟੀ ਨਹੀਂ ਪੱਕਦੀ। ਕਿਉਂਕਿ ਉਹ ਤਾਂ ਦੁੱਧ ਚੋਏਗਾ, ਦੁੱਧ ਹੀ ਲੈ ਕੇ ਜਾਏਗਾ, ਉਹ ਸ਼ਹਿਰ ਜਾ ਕੇ ਵਿਕੇਗਾ, ਉੱਥੋਂ ਪੈਸੇ ਆਉਣਗੇ, ਉਹਨਾਂ ਪੈਸਿਆਂ ਨਾਲ ਹੀ ਫਿਰ ਉਹਨੇ ਪੱਠੇ ਚਾਰਾ ਖਰੀਦਣਾ, ਉਹਦੇ ਨਾਲ ਹੀ ਉਹਨੇ ਆਟਾ ਦਾਲ ਲੂਣ ਤੇਲ ਲੈ ਕੇ ਤੇ ਘਰ ਰੋਟੀ ਪਕਾਉਣੀ ਹੈ। ਗੱਲ ਉਹਦੀ ਬੜੀ ਕੀਮਤੀ ਸਮਝ ਆਈ ਕਿ ਗਰੀਬ ਦਾ ਤੇ ਰੁਜ਼ਗਾਰ ਹੈ, ਜਿਹੜੀ ਮੱਝ ਹੈ ਉਹਦਾ ਰੁਜ਼ਗਾਰ ਹੈ। ਅਗਰ ਕਿਸੇ ਦਾ ਰੁਜ਼ਗਾਰ ਡਿਸਟਰਬ ਹੁੰਦਾ ਹੈ ਤੇ ਉਹਦੇ ਨਾਲ ਹਮਦਰਦੀ ਕਰਨੀ ਬਣਦੀ ਹੈ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਇਹ ਉਹਦੇ ਸਿਰ ਤੇ ਗੁਜ਼ਰੀ ਕੀ ਹੈ? ਪਤਾ ਨਹੀਂ ਕਿੰਨਾ ਮੁਸ਼ਕਲ ਉਹਨੇ ਸਾਰਾ ਇਹ ਸਾਜ ਇਕੱਠਾ ਕੀਤਾ ਹੋਏਗਾ। ਹਾਂਜੀ। ਗੁਰੂ ਕਹੈ ਇਨ ਸੇਵ ਜੋਕੀਨੰ, ਭਈ ਪਰਵਾਨ ਲਿਹੋ ਮਨ ਚੀਨੰ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਅਸੀਂ ਉਹਦਾ ਗਵਾਇਆ ਕੁਝ ਨਹੀਂ ਹੈ। ਅਸੀਂ ਤੇ ਜਿਹੜਾ ਆਖਰੀ ਪਰਚਾ ਸੀ ਉਹ ਪਾਇਆ ਵੀ ਕੀ ਇਹ ਕੱਲੀ ਭਗਤੀ ਕਰਦਾ ਹੈ, ਕੇਵਲ ਰੱਬ ਦੇ ਪਿਆਰਿਆਂ ਨੂੰ ਪਿਆਰ ਕਰਦਾ ਹੈ ਕਿ ਰੱਬੀ ਭਾਣੇ ਵਿੱਚ ਵੀ ਰਹਿੰਦਾ ਹੈ। ਮੈਂ ਵੀ ਖੁਦ ਮਹਿਸੂਸ ਕੀਤਾ ਵੀ ਇਹ ਬੰਦੇ ਦੇ ਗੁਣਾਂ ਦੀ ਸਿਖਰ ਹੈ। ਨਹੀਂ ਤੁਹਾਨੂੰ ਬੜੇ ਬੜੇ ਵੱਡੇ ਬੰਦੇ ਮਿਲਣਗੇ, ਉਹਨਾਂ 'ਚ ਮੈਂ ਵੀ ਹੈਗਾ। ਚੰਗੇ ਕੰਮ ਜਿੰਨੇ ਮਰਜ਼ੀ ਕਰਾ ਲਓ, ਚੰਗੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਪਰ ਜਦੋਂ ਕਿਸੇ ਨੇ ਕੁਝ ਕਹਿਤਾ ਤੇ ਸਾਰਾ ਹੀ ਖਿਲਰ ਗਿਆ। ਫਿਰ ਇਹ ਵੀ ਨਹੀਂ ਪਤਾ ਵੀ ਗਾਲ ਕਿਹੜੀ ਕੱਢਣੀ, ਤੇ ਇਹ ਵੀ ਨਹੀਂ ਪਤਾ ਵੀ ਘਸੁੰਨ ਕਿਹੜਾ ਮਾਰਨਾ। ਸਵਾਲ ਤੇ ਇਹ ਹੈ ਕਿ ਕੋਈ ਭਲਾ ਕਹੋ, ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇਹ ਸ਼ੁਭ ਗੁਣਾਂ ਦੀ ਸਿਖਰ ਹੈ ਵੀ ਜੇ ਤੁਹਾਨੂੰ ਕੋਈ ਮਾੜਾ ਵੀ ਕਵੇ ਤੇ ਤੁਸੀਂ ਬੋਲਣਾ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਅਸੀਂ ਤੇ ਆਖਰੀ ਪਰਚਾ ਪਾਇਆ, ਇਹਦਾ ਘਰ ਤੋੜ ਕੇ, ਮੰਜੀ ਤੋੜ ਕੇ, ਭਾਂਡੇ ਤੋੜ ਕੇ, ਵੀ ਇਹ ਭਾਣਾ ਵੀ ਮੰਨਦਾ ਹੈ ਕਿ ਇਕੱਲਾ ਬਾਹਰੋਂ ਬਾਹਰੀ ਹੈ। ਔਰ ਭਾਣਾ ਮੰਨਣਾ ਸਭ ਤੋਂ ਔਖਾ ਹੈ। ਸਭ ਤੋਂ ਔਖਾ ਕੰਮ ਜਿਹੜਾ ਹੈ ਉਹ ਭਾਣਾ ਮੰਨਣਾ ਹੈ।
ਸਲਾਹ ਦੇਣੀ ਕੋਈ ਨਹੀਂ ਜੀ, ਰੱਬ ਦਾ ਹੁਕਮ ਹੈ। ਭਾਈ ਹਰਬੰਸ ਸਿੰਘ ਜਗਾਦਰੀ ਵਾਲਾ ਕਹਿੰਦਾ ਹੁੰਦਾ ਸੀ, ਕਹਿੰਦਾ ਮੈਂ ਬੜੇ ਲੋਕਾਂ ਦੇ ਪੁੱਤਰਾਂ ਦੇ ਭੋਗ ਪਾਏ, ਪਰ ਮੈਨੂੰ ਉਦੋਂ ਪਤਾ ਲੱਗਾ ਜਿੱਦਣ ਮੈਂ ਆਪਣੇ ਪੁੱਤਰ ਦੇ ਭੋਗ ਤੇ ਕੀਰਤਨ ਕਰਨ ਲਈ ਬੈਠਾ, ਫਿਰ ਮੇਰੇ ਕੋਲ ਵਾਜਾ ਨਹੀਂ ਵੱਜਿਆ। ਉਦੋਂ ਸਮਝ ਆਈ ਵੀ ਭਾਣਾ ਮੰਨੋ ਜੀ, ਭਾਣੇ ਵਿੱਚ ਰਹੋ ਜੀ ਕਹਿਣ ਵਿੱਚ ਤੇ ਭਾਣਾ ਮੰਨਣ ਵਿੱਚ ਕਿੰਨਾ ਫਰਕ ਹੈ। ਗੁਰੂ ਜੀ ਕਹਿਣ ਲੱਗੇ, ਮਰਦਾਨਿਆ ਅੱਜ ਇਹਦੀ ਸੇਵਾ ਪ੍ਰਵਾਨ ਹੋ ਗਈ ਹੈ, ਅਸੀਂ ਤੇ ਇਹਦੇ ਅੱਗੇ ਪਰਚਾ ਪਾਇਆ ਸੀ ਇੱਕ, ਪਰ ਉਹ ਤਾਂ ਬੋਲਿਆ ਹੀ ਨਹੀਂ, ਉਹ ਰਜਾ ਵਿੱਚ ਰਾਜੀ ਰਿਹਾ ਵੀ ਠੀਕ ਹੈ, ਜੇ ਸੰਤ ਜੀ ਨੇ ਝੁੱਗੀ ਤੋੜਤੀ ਤੇ ਇਹਦੇ 'ਚ ਵੀ ਭਲਾ ਹੋਏਗਾ, ਭਾਂਡੇ ਤੋੜ ਦਿੱਤੇ ਇਹਦੇ 'ਚ ਵੀ ਭਲਾ ਹੋਏਗਾ, ਜੇ ਮੰਜੀ ਤੋੜ ਦਿੱਤੀ ਹੈ ਤਾਂ ਇਹਦੇ ਵਿੱਚ ਵੀ ਜ਼ਰੂਰ ਭਲਾ ਹੋਏਗਾ। ਹਾਂਜੀ, ਅਸ ਕੈ ਮੋਰਿਓ ਸਦਨ ਤਖਾਨਾ, ਕਿ ਆਕੇ ਕੋ ਆਪ ਪਿਆਨਾ। ਇਉਂ ਉਹ ਜਿਹੜਾ ਤਰਖਾਣੀ ਕਿਰਤ ਕਰਨ ਵਾਲਾ ਮਨੁੱਖ ਸੀਗਾ, ਉਹ ਘਰ ਵਾਪਸ ਮੁੜ ਗਿਆ। ਗੁਰੂ ਜੀ ਦੇ ਬਚਨ ਉਹਨੇ ਸੁਣ ਲਏ ਕਿ ਗੁਰੂ ਜੀ ਕਹਿੰਦੇ ਨੇ ਭਾਈ ਇਹਦੀ ਤੇ ਸੇਵਾ ਪ੍ਰਵਾਨ ਹੋ ਗਈ ਹੈ, ਕਿ ਇਹ ਆਗੇ ਕੋ ਆਪ ਪਿਆਨਾ। ਸਤਿਗੁਰੂ ਅੱਗੇ ਚਲੇ ਗਏ ਤੇ ਉਹ ਜਿਹੜਾ ਗਰੀਬ ਤਰਖਾਣ ਸੀ ਉਹ ਘਰ ਵਾਪਸ ਮੁੜ ਆਇਆ। ਹਾਂਜੀ, ਦੇਖੇ ਸਦਨ ਜਾਏ ਤਿਨ ਜਾਬਹੀ, ਮੰਦਰ ਸੁੰਦਰ ਬਣੇ ਸੁਭ ਤਬਹੀ। ਜਦੋਂ ਉਹ ਤਰਖਾਣੀ ਕਿਰਤ ਕਰਨ ਵਾਲਾ ਰੱਬ ਦਾ ਭਗਤ ਵਾਪਸ ਆਇਆ ਤੇ ਕੀ ਵੇਖਦਾ ਹੈ, ਉਹਦੇ ਘਰ ਸੁੰਦਰ ਘਰ ਬਣੇ ਹੋਏ ਨੇ। ਕਦੇ ਝੌਂਪੜੀ ਸੀ, ਛਪਰੀ ਸੀ, ਉਹ ਟੁੱਟ ਗਈ, ਪਰ ਵਾਪਸ ਮੁੜਿਆ ਤੇ ਪੱਕੇ ਮਕਾਨ ਮੰਦਰ ਬਣੇ ਹੋਏ ਸੀਗੇ। ਬੜਾ ਸੁੰਦਰ ਘਰ ਵੇਖਿਆ ਉਸਨੇ ਆਪਣਾ ਬਣਿਆ ਹੋਇਆ। ਹਾਂਜੀ, ਜਿਨ ਮੈਂ ਬਾਸਣ ਧਨ ਕੇ ਪੂਰੇ, ਧਰੇ ਬਸਤਰ ਨਾਨਾ ਬਿਦਰੂਰੇ। ਕੀ ਵੇਖਿਆ ਉਸ ਘਰ ਦੇ ਅੰਦਰ? ਦੇਖੇ ਸਦਨ ਜਾਏ ਤਿਨ ਜਬ ਹੀ, ਮੰਦਰ ਸੁੰਦਰ ਬਨੇ ਸੋ ਤਬ ਹੀ। ਜਿਨ ਮੈਂ ਬਾਸਨ ਧਨ ਕੇ ਪੂਰੇ। ਜਿੰਨੇ ਭਾਂਡੇ ਉਹਨੇ ਆਪਣੇ ਘਰ ਵਿੱਚ ਵੇਖੇ, ਹਰ ਭਾਂਡੇ ਵਿੱਚ ਰੁਪਈਏ ਸੀ। ਨਹੀਂ ਤਾਂ ਆਮ ਭਾਂਡਿਆਂ ਵਿੱਚ ਘਰ ਵਿੱਚ ਕੀ ਹੁੰਦਾ, ਕਿਸੇ ਭਾਂਡੇ 'ਚ ਪਾਣੀ, ਕਿਸੇ 'ਚ ਦੁੱਧ, ਕਿਸੇ ਭਾਂਡੇ 'ਚ ਮਾਤਾ ਨੇ ਕੋਈ ਵਸਤੂ ਰੱਖੀ ਹੁੰਦੀ, ਕਿਤੇ ਗੁੜ ਪਾ ਲਿਆ, ਕਿਤੇ ਕੁਝ ਹੋਰ ਪਾ ਲਿਆ। ਪਰ ਇਸ ਘਰ ਦੇ ਹਰ ਭਾਂਡੇ ਵਿੱਚ ਧਨ ਭਰਿਆ ਹੋਇਆ ਸੀ। ਧਰੇ ਬਸਤਰ ਨਾਨਾ ਬਿਦਰੂਰੇ, ਬੜੇ ਬੜੇ ਸੋਹਣੇ ਕੀਮਤੀ ਕੱਪੜੇ ਪਹਿਨਣ ਵਾਸਤੇ ਉੱਥੇ ਰੱਖੇ ਹੋਏ ਸਨ। ਹਾਂਜੀ, ਦੇਖ ਪਦਾਰਥ ਮਨ ਬਿਸਮਾਨਿਓ, ਏਕੰਕਾਰ ਹੋ ਤੋ ਪਹਿਚਾਨਿਓ। ਜਦੋਂ ਉਹ ਤਰਖਾਣੀ ਕਿਰਤ ਕਰਨ ਵਾਲਾ ਰੱਬ ਦਾ ਭਗਤ ਘਰ ਆਇਆ, ਫਿਰ ਉਸ ਨੂੰ ਸਮਝ ਆਈ ਵੀ ਇਹ ਰਾਹਗੀਰ ਮੁਸਾਫਰ ਕੋਈ ਸੰਤ ਨਹੀਂ ਸੀ, ਕੋਈ ਦਰਵੇਸ਼ ਸਾਧੂ ਨਹੀਂ ਸੀ, ਇਹ ਤੇ ਆਪ ਏਕ ਓਂਕਾਰ ਸੀ। ਮੈਂ ਪਛਾਣ ਹੀ ਨਹੀਂ ਸਕਿਆ, ਮੇਰੇ ਘਰ ਤੇ ਰਾਤ ਰੱਬ ਰਹਿ ਕੇ ਗਿਆ। ਹਾਂਜੀ, ਚਾਰ ਪਦਾਰਥ ਪਾਏ ਭਇਓ ਨਿਹਾਲਤ ਖਾਨ ਸੋ। ਇਸ ਤਰ੍ਹਾਂ ਇਸ ਤਰਖਾਣ ਨੂੰ ਸਤਿਗੁਰਾਂ ਨੇ ਨਿਹਾਲ ਕਰ ਦਿੱਤਾ। ਕੀ ਬਖਸ਼ਿਆ? ਚਾਰੋਂ ਹੀ ਪਦਾਰਥ ਬਖਸ਼ ਦਿੱਤੇ। ਨਹੀਂ ਤਾਂ ਸਾਡੇ ਕੋਲ ਇੱਕ ਅੱਧੀ ਚੀਜ਼ ਹੀ ਆਉਂਦੀ ਹੈ। ਗੁਰੂ ਜੀ ਨੇ ਉਹਨੂੰ ਧਰਮ ਵੀ ਬਖਸ਼ਿਆ, ਅਰਥ ਵੀ ਬਖਸ਼ਿਆ, ਕਾਮ ਵੀ ਬਖਸ਼ਿਆ, ਮੋਕਸ਼ ਵੀ ਬਖਸ਼ ਦਿੱਤੀ, ਮੁਕਤੀ ਵੀ ਹੋ ਗਈ ਤੇ ਧਰਮ ਵੀ ਪੂਰਾ, ਕਾਮਨਾਵਾਂ ਵੀ ਪੂਰੀਆਂ ਹੋ ਗਈਆਂ। ਕਿਸੇ ਚੀਜ਼ ਦਾ ਘਰ ਵਿੱਚ ਘਾਟਾ ਵੀ ਨਹੀਂ ਰਿਹਾ। ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਉਹਦੇ ਘਰ ਵਿੱਚ ਵਰਤਾਈ ਹੈ, ਨਿਹਾਲ ਹੋ ਗਿਆ। ਹਾਂਜੀ, ਰਹਿਓ ਹਿਰਦੈ ਪਛੁਤਾਏ,
ਸਕਿਓ ਨਾ ਭੇਦ ਪਛਾਣ ਮੈਂ। ਇੱਕ ਪਛਤਾਵਾ ਉਹਦੀ ਜ਼ਿੰਦਗੀ ਵਿੱਚ ਹਮੇਸ਼ਾ ਰਿਹਾ ਕਿ ਮੈਂ ਆਏ ਘਰ ਵਿੱਚ ਰੱਬ ਨੂੰ ਪਹਿਚਾਣ ਕਿਉਂ ਨਹੀਂ ਸਕਿਆ, ਮੇਰੇ ਤੋਂ ਗਲਤੀ ਕਿਉਂ ਹੋ ਗਈ। ਮੇਰੇ ਘਰ ਰੱਬ ਆਇਆ ਸੀ ਤੇ ਮੈਂ ਉਹਨੂੰ ਸਮਝਾਤਾ ਕਿਉਂ ਨਹੀਂ ਹੈ, ਸਿਆਣਿਆ ਕਿਉਂ ਨਹੀਂ ਹੈ, ਮੈਂ ਉਸ ਨੂੰ ਪਹਿਚਾਣ ਕਿਉਂ ਨਹੀਂ ਸਕਿਆ। ਇਹ ਪਛਤਾਵਾ ਉਸ ਤਰਖਾਣੀ ਕਿਰਤ ਕਰਨ ਵਾਲੇ ਉਸ ਰੱਬ ਦੇ ਭਗਤ ਦੇ ਮਨ ਵਿੱਚ ਸਾਰੀ ਉਮਰ ਰਿਹਾ। ਬਾਕੀ ਕੋਈ ਉਹਦੇ ਜੀਵਨ ਵਿੱਚ ਨਾ ਕੋਈ ਤੋਟਾ ਸੀ ਨਾ ਘਾਟਾ ਸੀ, ਸਭ ਮਹਾਰਾਜ ਨੇ ਕਿਰਪਾ ਕਰ ਦਿੱਤੀ। ਹਾਂਜੀ। ਆਗੈ ਕੀਨ ਗੁਰੂ ਪੁਣ ਗਵਣ, ਜਿਹ ਕੋ ਸਿਮਰੇ 14 ਭਵਨ। ਜਿਸ ਗੁਰੂ ਨਾਨਕ ਸਾਹਿਬ ਨੂੰ 14 ਹੀ ਭਵਨ ਸਿਮਰਦੇ ਨੇ, 3 ਲੋਕ ਨੇ, 14 ਭਵਨ ਨੇ, ਸਭ ਗੁਰੂ ਨਾਨਕ ਸਾਹਿਬ ਨੂੰ ਸਿਮਰਦੇ ਨੇ, ਯਾਦ ਕਰਦੇ ਨੇ। ਉਹ ਸਤਿਗੁਰੂ ਪਿਤਾ ਜੀ ਹੁਣ ਇਸ ਨਗਰ ਤੋਂ ਅੱਗੇ ਤੁਰੇ ਨੇ। ਹਾਂਜੀ। ਦੇਸ਼ ਪਟੰਤ ਤੋ ਜੇ ਥਾਈ, ਤਹਾ ਜਾਏ ਪਹੁੰਚੇ ਜਗ ਸਾਈ। ਇੱਥੋਂ ਫਿਰ ਸਤਿਗੁਰੂ ਜੀ ਭੂਟਾਨ ਦੇਸ਼ ਗਏ ਨੇ। ਸਤਿਗੁਰੂ ਜੀ ਧਰਤ ਲੁਕਾਈ ਨੂੰ ਸੋਧਦਿਆਂ ਅੱਗੇ ਤੁਰੇ ਨੇ। ਹਾਂਜੀ। ਨਗਰ ਨਿਰਪਤ ਕੇ ਗਏ ਸਮੀਪਾ, ਬਿਟਪ ਦੇਖ ਬੇਦੀ ਕੁਲ ਦੀਪਾ। ਸਤਿਗੁਰੂ ਪਿਤਾ ਮਹਾਰਾਜ ਗਏ ਤੇ ਜਦੋਂ ਭੂਟਾਨ ਦੇਸ਼ ਗਏ ਤੇ ਇੱਕ ਨਗਰ ਦੇ ਕੋਲ ਸਤਿਗੁਰੂ ਪਿਤਾ ਮਹਾਰਾਜ ਉੱਥੇ ਜਾ ਕੇ ਆਪਣਾ ਡੇਰਾ ਕਰਦੇ ਨੇ। ਨਗਰ ਨਿਰਪਤ ਕੇ ਗਏ ਸਮੀਪਾ, ਬਿਟਪ ਦੇਖ ਬੇਦੀ ਕੁਲ ਦੀਪਾ। ਇੱਕ ਰੁੱਖ ਥੱਲੇ ਬਹਿ ਗਏ ਤੇ ਗਏ ਕਾਹਦੇ ਲਈ ਨੇ? ਉੱਥੋਂ ਦੇ ਰਾਜੇ ਨੂੰ ਸਮਝਾਉਣ ਲਈ, ਕਿਉਂਕਿ ਰਾਜਾ ਗਲਤੀ ਕਰਦਾ ਸੀ। ਰਾਜੇ ਦੇ ਵਿੱਚ ਔਗਣ ਸਨ, ਦੋਸ਼ ਸਨ। ਹਾਂਜੀ। ਬੈਠੇ ਤੇ ਛਾਇਆ ਰਮਨੀਕਾ, ਜਿਨ ਕੇ ਦਰਸ਼ ਕਟੇ ਦੁਖ ਜੀ ਕਾ। ਬੈਠੇ ਤੈ ਛਾਇਆ ਰਮਨੀਕਾ, ਰਮਨੀਕ ਥਾਂ ਹੈ ਬ੍ਰਿਕਸ਼ ਦੇ ਥੱਲੇ, ਠੰਡੀ ਮਿੱਠੀ ਛਾਇਆ ਹੈ ਉਹਦੀ। ਉੱਥੇ ਸਤਿਗੁਰੂ ਆ ਕੇ ਠਹਿਰੇ ਨੇ। ਤੇ ਸਤਿਗੁਰੂ ਕੌਣ ਨੇ? ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਪਾਪ ਮਿਟਦੇ ਨੇ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹਾਂਜੀ। ਤੇਹ ਕੋ ਨਿਰਪਤ ਤੋ ਬੜ ਕਾਮੀ, ਸਦਾ ਰਹਿਤ ਪਰ ਇਸਤਰਨ ਗਾਮੀ। ਇਥੋਂ ਦਾ ਜਿਹੜਾ ਰਾਜਾ ਸੀ ਉਹ ਬੜਾ ਕਾਮੀ ਸੀ, ਕਾਮ ਵਾਸ਼ਨਾਵਾਂ ਦੇ ਵਿੱਚ ਪ੍ਰਵਿਰਤ ਸੀ, ਰਮਿਆ ਹੋਇਆ ਸੀ। ਦਿਨ ਰਾਤ ਇਸੇ ਵੇਸ਼ਵਾਗਾਮੀ ਦੇ ਵਿੱਚ ਉਹਦਾ ਜੀਵਨ ਗੁਜ਼ਰਦਾ ਸੀ। ਸਦਾ ਰਹਿਤ ਪਰ ਇਸਤਰਨ ਗਾਮੀ, ਹਮੇਸ਼ਾ ਪਰਾਈਆਂ ਇਸਤਰੀਆਂ ਦੇ ਵਿੱਚ ਉਹ ਪ੍ਰਵਿਰਤ ਰਹਿੰਦਾ ਸੀ। ਹਾਂਜੀ। ਤੇਹ ਪੁਰ ਵਿਆਹ ਕਰਾਵੈ ਜੋ, ਘਰ ਨੈ ਆਨੇ ਤਰਨੀ ਸੋ। ਇਸ ਭੂਟਾਨ ਦੇਸ਼ ਦੇ ਵਿੱਚ ਜਦੋਂ ਵੀ ਕਦੇ ਕਿਸੇ ਦਾ ਵਿਆਹ ਹੁੰਦਾ ਸੀ ਤੇ ਜਿਹੜਾ ਵਿਆਹ ਵਾਲਾ ਲੜਕਾ ਵਿਆਹ ਕੇ ਆਪਣੀ ਵਹੁਟੀ ਲਿਆਉਂਦਾ ਸੀ, ਇਹ ਰਾਜਾ ਜ਼ਬਰਦਸਤੀ ਉਸ ਬੱਚੀ ਨੂੰ ਆਪਣੇ ਘਰ ਲੈ ਜਾਂਦਾ ਸੀ। ਇਹ ਰਾਜਾ ਐਸੀਆਂ ਜਿਹੜੀਆਂ ਬਦਕਰਮੀਆਂ ਨੇ ਉਹ ਕਰਦਾ ਸੀ। ਹਾਂਜੀ। ਪੂਰਬ ਭੂਪਤ ਪਾਸ ਪਠਾਵਤ, ਮਿਲ ਕੇ ਤਿਹ ਸੋ ਕੇਲ ਕਮਾਵਤ। ਇਹ ਰਾਜੇ ਦਾ ਹੁਕਮ ਸੀ ਔਰ ਪ੍ਰਜਾ ਨੂੰ ਮੰਨਣਾ ਪੈਂਦਾ ਸੀ ਕਿ ਜਿਹੜਾ ਲੜਕਾ ਵਿਆਹ ਕਰਾਵੇ ਤੇ ਉਹ ਆਪਣੀ ਪਤਨੀ ਨੂੰ ਰਾਜੇ ਦੇ ਮਹਿਲਾਂ ਵਿੱਚ ਘੱਲੇ। ਤੇ ਰਾਜਾ ਜਿਹੜਾ ਸੀ ਉਹ
ਬਦਕਰਮੀ ਸੀ, ਪਾਪ ਕਰਦਾ ਸੀ। ਹਾਂਜੀ। ਬਹੁਰ ਸੋ ਆਪਣੇ ਘਰ ਮਿਲ ਆਵੇ, ਘਰੇ ਸੋ ਇਉ ਨਿਰਪਤੇ ਡਰ ਪਾਵੇ। ਫਿਰ ਉਹ ਵਿਆਹੀ ਲੜਕੀ ਆਪਣੇ ਸਹੁਰੇ ਘਰ ਆਉਂਦੀ ਸੀ ਤੇ ਡਰਦਾ, ਕੋਈ ਬੋਲਦਾ ਨਹੀਂ ਸੀ, ਕੋਈ ਬਗਾਵਤ ਨਹੀਂ ਸੀ ਕਰਦਾ, ਕੋਈ ਅੱਗੋਂ ਕੁਸਕਦਾ ਨਹੀਂ ਸੀ, ਹਿੱਲਦਾ ਨਹੀਂ ਸੀ, ਕੋਈ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੋਈ ਕਵੇ ਵੀ ਇਹ ਗਲਤ ਹੈ। ਹੁਣ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤਰੁੱਠੇ ਨੇ, ਰਾਜੇ ਨੂੰ ਸਵਾਰਨ ਲਈ, ਉਸ ਦੇਸ਼ ਨੂੰ ਬਚਾਉਣ ਲਈ ਸਤਿਗੁਰੂ ਜੀ ਭੂਟਾਨ ਚਲੇ ਗਏ। ਹਾਂਜੀ। ਤੇ ਕੁਸ ਮਤ ਦੇਨ ਕੇ ਹਿਤਾ, ਬੈਠ ਗਏ ਬੇਦੀ ਕੁਲ ਕੀਤਾ। ਸਤਿਗੁਰੂ ਚਾਹੁੰਦੇ ਨੇ ਉਸ ਰਾਜੇ ਨੂੰ ਸਮਤ ਦਿੱਤੀ ਜਾਏ, ਉਹਦੇ ਜੀਵਨ ਦੇ ਔਗਣ, ਦੋਸ਼, ਬੁਰਾਈਆਂ ਕੱਢ ਦਿੱਤੀਆਂ ਜਾਣ। ਧਰਮ ਇਹ ਕਹਿੰਦਾ ਹੈ। ਤੇ ਅੱਜ ਦੀ ਰਾਜਨੀਤੀ ਕੀ ਕਹਿੰਦੀ ਹੈ? ਰਾਜਨੀਤੀ ਤੇ ਕਹਿੰਦੀ ਵੀ ਜੇ ਪਤਾ ਲੱਗੇ ਬੰਦੇ 'ਚ ਔਗਣ ਨੇ ਤੇ ਉਹਦੀ ਰਿਕਾਰਡਿੰਗ ਕਰੋ, ਉਹਦੀ ਵੀਡੀਓ ਬਣਾਓ, ਉਹਨੂੰ ਕਾਬੂ ਕਰੋ, ਉਹਨੂੰ ਬਲੈਕਮੇਲ ਕਰੋ। ਧਰਮ ਇਹ ਨਹੀਂ ਕਹਿੰਦਾ। ਧਰਮ ਇਹ ਕਹਿੰਦਾ ਹੈ ਕਿ ਉਹਦੀ ਬੁਰਾਈ ਕੱਢੋ, ਉਹਦੇ ਵਿੱਚੋਂ ਉਹਦੇ ਔਗਣ, ਉਹਦੇ ਦੋਸ਼ ਕੱਢੋ, ਕਿਉਂਕਿ ਹਰ ਪ੍ਰਾਣੀ ਵਿੱਚ ਔਗਣ ਵੀ ਨੇ ਤੇ ਗੁਣ ਵੀ ਨੇ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਵੀ ਸਭ ਤੋਂ ਨਿਕੰਮਾ ਸਾਡੀ ਜ਼ਿੰਦਗੀ ਵਿੱਚ ਡੱਡੂ ਹੈ, ਪਰ ਡੱਡੂ ਨਾ ਹੁੰਦਾ ਤੇ ਸ਼ਾਇਦ ਲੋਕ ਡਾਕਟਰ ਵੀ ਨਾ ਬਣਦੇ। ਇਹ ਨਹੀਂ ਕਿ ਡਾਕਟਰ ਬਣਨ ਵਾਸਤੇ ਹੋਰ ਕੋਈ ਮੈਥਡ ਥਿਊਰੀ ਨਹੀਂ ਹੋਏਗੀ, ਪਰ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾ ਤਰੀਕਾ ਇਹੀ ਸੀਗਾ ਕਿ ਡਾਕਟਰ ਬਣਨ ਵਾਸਤੇ ਡੱਡੂ ਦੀ ਚੀਰ ਫਾੜੀ ਕਰਦੇ ਸੀ ਡਾਕਟਰ ਸਿੱਖਣ ਵਾਸਤੇ। ਤੇ ਆਪਾਂ ਕਿਵੇਂ ਕਹੀਏ ਵੀ ਡੱਡੂ ਤੇ ਜਿਹੜਾ ਜੀ ਉਹ ਕਿਸੇ ਕੰਮ ਦਾ ਹੀ ਨਹੀਂ ਹੈਗਾ ਜੀ। ਇਸ ਕਰਕੇ ਜ਼ਰੂਰੀ ਨਹੀਂ ਕਿ ਜਿਹੜਾ ਚੋਰੀ ਕਰਦਾ ਹੋਵੇ ਉਹ ਬੰਦਾ ਮਾੜਾ ਹੋਏ, ਜਿਹੜਾ ਸ਼ਰਾਬ ਪੀਂਦਾ ਉਹ ਬੰਦਾ ਮਾੜਾ। ਉਹਦੀ ਇੱਕ ਆਦਤ ਮਾੜੀ, ਉਹਦਾ ਇੱਕ ਔਗਣ ਮਾੜਾ ਹੈ, ਪਰ ਇਹਦੇ ਨਾਲ ਉਹਦੇ ਵਿੱਚ ਗੁਣ ਕਿੰਨੇ ਹੋਣਗੇ, ਚੰਗਿਆਈਆਂ ਕਿੰਨੀਆਂ ਹੋਣਗੀਆਂ, ਉਹਦਾ ਸ਼ਾਇਦ ਅਸੀਂ ਕਦੇ ਅੰਦਾਜ਼ਾ ਵੀ ਨਹੀਂ ਲਾਉਂਦੇ। ਗੁਰੂ ਪਿਤਾ ਜੀ ਦੀ ਵਡਿਆਈ ਇਹੀ ਹੈ। ਸਤਿਗੁਰੂ ਜੀ ਰਾਜੇ ਨੂੰ ਮਾਰਨਾ ਨਹੀਂ ਚਾਹੁੰਦੇ, ਉਹਨੂੰ ਸਵਾਰਨਾ ਚਾਹੁੰਦੇ ਨੇ। ਹਾਂਜੀ। ਵਹਿਰ ਨਗਰ ਤੇ ਨਰ ਜੇ ਆਏ, ਮਿਲੇ ਚਰਨ ਪਰ ਸੀਸ ਝੁਕਾਏ। ਇੱਥੇ ਸਤਿਗੁਰੂ ਜੀ ਟਿਕ ਗਏ। ਫਿਰ ਕੀ ਹੋਇਆ? ਵਹਿਰ ਨਗਰ ਤੇ ਨਰ ਜੋ ਆਏ, ਹੌਲੀ ਹੌਲੀ ਲੋਕ ਨਗਰੀ ਤੋਂ ਬਾਹਰ ਨਿਕਲੇ, ਖੇਤਾਂ ਵੱਲ ਗਏ ਤੇ ਵੇਖਿਆ ਵੀ ਉੱਥੇ ਕੋਈ ਸਾਧੂ ਬੈਠਾ ਹੈ, ਕੋਈ ਮਹਾਤਮਾ ਹੈ। ਉਹ ਫਿਰ ਗੁਰੂ ਜੀ ਦੇ ਦਰਸ਼ਨ ਵੀ ਕਰਦੇ ਨੇ, ਮੱਥਾ ਵੀ ਟੇਕਦੇ ਨੇ। ਗੁਰੂ ਪਿਤਾ ਮਹਾਰਾਜ ਕੋਲੋਂ ਬਚਨ ਬਲਾਸ ਵੀ ਸੁਣਦੇ ਨੇ। ਹਾਂਜੀ। ਸਤਿਗੁਰ ਦੀਏ ਉਤਮ ਉਪਦੇਸ਼ਾ, ਜਪੋ ਨਾਮ ਨਿਤ ਸ੍ਰੀ ਜਗਤੇਸ਼ਾ। ਸਤਿਗੁਰੂ ਪਿਤਾ ਮਹਾਰਾਜ ਉਹਨਾਂ ਨੂੰ ਉੱਤਮ ਉਪਦੇਸ਼ ਦਿੰਦੇ ਨੇ, ਜਿਹੜਾ ਵੀ ਆਉਂਦਾ ਹੈ। ਤੇ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਵੀ ਜਿਹੜਾ ਜਗਤ ਦਾ ਈਸ਼ਵਰ ਹੈ ਉਹਦਾ ਨਾਂ ਸਿਮਰਿਆ ਕਰੋ, ਕੀਰਤਨ ਪੂਜਾ ਨਹੀਂ ਕਰਨੀ। ਜੇ ਸਿਮਰਨ ਕਰਨਾ ਹੈ, ਜੇ ਭਗਤੀ ਕਰਨੀ ਹੈ, ਜੇ ਆਰਾਧਨਾ ਕਰਨੀ ਤੇ ਇੱਕ ਰੱਬ ਦੀ ਕਰਨੀ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਇਹ ਸਿੱਖੀ ਦਾ ਸਿਧਾਂਤ ਹੈ। ਹਾਂਜੀ। ਸੁਣ ਘਰ ਮ੍ਰਿਦੁਲ ਬਚਨ ਨਰ ਸਭਹੀ, ਬਸਤਰ ਆਹਾਰ ਲਿਆਵੇਂ ਤਬਹੀ। ਇਸ ਨਗਰੀ ਦੇ ਦੇਸ਼ ਦੇ ਲੋਕ ਗੁਰੂ ਜੀ ਦੇ ਬਚਨ ਸੁਣਦੇ ਨੇ, ਪ੍ਰਸੰਨ ਹੁੰਦੇ ਨੇ, ਦਰਸ਼ਨ ਕਰਨ ਰੋਜ਼ ਆਉਂਦੇ ਨੇ, ਕੋਲ ਬੈਠ ਕੇ ਬਾਣੀ ਸੁਣਦੇ ਨੇ। ਹੌਲੀ ਹੌਲੀ ਇਹਨਾਂ ਨੇ ਬਸਤਰ ਲਿਆਉਣੇ, ਭੋਜਨ ਲਿਆਉਣਾ, ਸਤਿਗੁਰੂ ਜੀ ਦੇ ਵਾਸਤੇ ਨਾਲ ਗੁਰਸਿੱਖਾਂ ਵਾਸਤੇ ਲੰਗਰ ਲਿਆਉਣਾ, ਪ੍ਰਸ਼ਾਦਾ ਪਾਣੀ ਪਕਾਉਣਾ, ਇਹ ਸੇਵਾ ਸ਼ੁਰੂ ਕਰ ਦਿੱਤੀ। ਹਾਂਜੀ।
ਸਤਿਗੁਰ ਕਹਿਤੇ ਲਹਿ ਨਾਰਾਈ ਸਰਬ ਵਸਤ ਮੋਰੇ ਬਰਿਆਈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਕਿਰਪਾ ਕਰਦੇ ਨੇ ਕਿ ਉਹਨਾਂ ਦੀਆਂ ਲਿਆਂਦੀਆਂ ਚੀਜ਼ਾਂ ਦੇ ਵਿੱਚੋਂ ਇੱਕ ਰਾਈ ਮਾਤਰ, ਇੱਕ ਅਨਾਜ ਦਾ ਛੋਟਾ ਜਿਹਾ ਦਾਣਾ, ਜਿਵੇਂ ਸਰੋਂ ਦਾ ਦਾਣਾ ਕਹਿ ਦਈਏ ਅਸੀਂ, ਇੰਨੀ ਵੀ ਵਸਤੂ ਸਤਿਗੁਰੂ ਅੰਗੀਕਾਰ ਨਹੀਂ ਕਰਦੇ। ਨਾ ਉਹਨਾਂ ਦੀ ਲਿਆਂਦੀ ਕੋਈ ਦਾਲ ਸਬਜ਼ੀ, ਨਾ ਕੋਈ ਪ੍ਰਸ਼ਾਦਾ, ਨਾ ਕੋਈ ਜਲ, ਨਾ ਕੋਈ ਹੋਰ ਭੇਟਾ ਕੀਤੇ ਪਦਾਰਥ, ਸਤਿਗੁਰੂ ਲੈਂਦੇ ਕੁਝ ਨਹੀਂ, ਪ੍ਰਵਾਨ ਹੀ ਨਹੀਂ ਕਰਦੇ। ਹਾਂਜੀ। ਕੇਤਕ ਤਿਵਤ ਦਿਵਸ ਬਤੀਤੇ ਤੈਸੇ ਕੀਰਤ ਪਸਰੀ ਪੁਰ ਮੈਂ ਐਸੇ। ਕਈ ਦਿਨ ਇਦਾਂ ਹੀ ਬਤੀਤ ਹੋ ਗਏ ਤੇ ਹੌਲੀ ਹੌਲੀ ਨਗਰੀ ਦੇ ਵਿੱਚ ਸ਼ੋਭਾ ਫੈਲਣੀ ਸ਼ੁਰੂ ਹੋ ਗਈ ਵੀ ਕਮਾਲ ਦਾ ਸੰਤ ਹੈ ਬਈ, ਕਮਾਲ ਦਾ ਮਹਾਤਮ ਹੈ, ਖਾਂਦਾ ਕੁਝ ਨਹੀਂ, ਪੀਂਦਾ ਕੁਝ ਨਹੀਂ। ਜਦੋਂ ਸਤਿਗੁਰੂ ਆਏ ਸੀ ਉਦੋਂ ਉਹਨਾਂ ਦੀ ਸੋਚ ਕੁਝ ਹੋਰ ਸੀ, ਪਰ ਹੁਣ ਜਦੋਂ ਇੰਨਾ ਸਮਾਂ ਬੀਤ ਗਿਆ ਤੇ ਹੁਣ ਉਹਨਾਂ ਦੀ ਸੋਚ ਬਦਲ ਗਈ ਵੀ ਇਹ ਤੇ ਕੋਈ ਕਰਨੀ ਵਾਲਾ ਮਹਾਤਮਾ ਲੱਗਦਾ। ਨਹੀਂ ਤੇ ਹੋਇਆ ਵੀ 2-4 ਘੜੀਆਂ ਨਾ ਖਾਧਾ ਨਾ ਪੀਤਾ, ਪਖੰਡ ਕਰ ਲਿਆ, ਇਹ ਤਾਂ ਕਈ ਦਿਨ ਹੋ ਗਏ ਨੇ ਭਾਈ। ਇਹ ਸਾਧੂ ਨਾ ਕੁਝ ਖਾਂਦਾ ਹੈ ਨਾ ਕੁਝ ਪਹਿਨਦਾ ਹੈ, ਤੇ ਇਹ ਬਚਿਆ ਕਿਵੇਂ ਹੋਇਆ ਬਈ, ਇਹ ਜਿਉਂਦਾ ਕਿਵੇਂ ਫਿਰਦਾ ਹੈ। ਹੁਣ ਇਹ ਇੱਕ ਚਰਚਾ ਸ਼ੁਰੂ ਹੋ ਗਈ ਵੀ ਇਹ ਹੁਣ ਤੱਕ ਮਰਿਆ ਕਿਉਂ ਨਹੀਂ ਹੈ। ਫਿਰ ਸਿਆਣੇ ਬੰਦੇ ਕਹਿੰਦੇ ਨੇ ਵੀ ਮਰੇ ਤੇ ਤਾਂ ਭਾਈ ਜੇ ਉਹਦੇ ਸਿਰ ਤੇ ਰੱਬ ਦਾ ਹੱਥ ਨਾ ਹੋਵੇ, ਉਹ ਤੇ ਰੱਬ ਦਾ ਬੰਦਾ ਹੈ, ਇਸੇ ਕਰਕੇ ਬਚਿਆ ਹੋਇਆ ਹੈ। ਹਾਂਜੀ। ਮਹਾਪੁਰਖ ਪੂਰਨ ਹੈ ਸੰਤਾ ਅਪਰ ਨ ਜਾਣੇ ਬਿਨ ਭਗਵੰਤਾ। ਇਹ ਪੂਰਨ ਸੰਤ ਹੈ, ਇੱਕ ਰੱਬ ਤੋਂ ਬਿਨਾ ਕਿਸੇ ਨੂੰ ਨਾ ਜਾਣਦਾ ਹੈ ਤੇ ਨਾ ਮੰਨਦਾ ਹੈ, ਨਾ ਕਿਸੇ ਦੀ ਪਰਵਾਹ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਲਿਖਿਆ ਹੈ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਡਰਾਵੇ ਉਹ ਵੀ ਸਿੱਖ ਨਹੀਂ ਹੋ ਸਕਦਾ, ਡਰ ਜਾਏ ਉਹ ਵੀ ਸਿੱਖ ਨਹੀਂ ਹੋ ਸਕਦਾ। ਔਰ ਇਹ ਪ੍ਰੈਕਟੀਕਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਰਦੇ ਨੇ। ਹਾਂਜੀ। ਕਾਮ ਨ ਕ੍ਰੋਧ ਨ ਲੋਭ ਨ ਰਾਈ ਵੇ ਪਰਵਾਹ ਗਿਰਾ ਸੁਖਦਾਈ। ਸਤਿਗੁਰੂ ਪਿਤਾ ਮਹਾਰਾਜ ਨੂੰ ਕੋਈ ਪਰਵਾਹ ਨਹੀਂ ਹੈ, ਨਾ ਉਹਨਾਂ ਦੇ ਜੀਵਨ ਵਿੱਚ ਕਾਮ ਹੈ, ਨਾ ਕ੍ਰੋਧ ਹੈ, ਨਾ ਕੋਈ ਜਸ ਦੀ, ਕੋਈ ਵਰਨ ਵੰਡ ਦੀ ਕੋਈ ਗੱਲ ਹੈ। ਉਹ ਤਾਂ ਭਾਈ ਇੱਕ ਸੰਤ ਹੈ। ਇਹ ਚਰਚਾ ਸ਼ੁਰੂ ਹੋ ਗਈ। ਨਗਰੀ ਨਗਰੀ ਦੇ ਵਿੱਚ ਲੋਕ ਜਾ ਕੇ ਗੱਲਾਂ ਕਰਦੇ ਨੇ ਵੀ ਕਮਾਲ ਦਾ ਹੀ ਸੰਤ ਬੈਠਾ ਹੈ ਬਈ ਬਾਹਰ, ਕਈ ਦਿਨ ਹੋ ਗਏ ਨੇ ਨਾ ਕੁਝ ਖਾਧਾ ਨਾ ਪੀਤਾ, ਪਰ ਜਿਉਂਦਾ ਹੈ। ਨਹੀਂ ਤਾਂ ਆਪਾਂ ਲੋਕ ਇੱਕ ਦਿਨ ਖਾਣ ਨੂੰ ਨਾ ਮਿਲੇ ਤੇ ਲੰਮੇ ਪੈ ਜਾਵਾਂਗੇ, 2-3 ਦਿਨ 4 ਦਿਨ ਨਾ ਮਿਲਿਆ ਤੇ ਦੁਨੀਆ ਤੋਂ ਹੀ ਚਲੇ ਜਾਵਾਂਗੇ। ਹਾਂਜੀ। ਭੂਪਤ ਨਿਕਟ ਜਾਏ ਜਸ ਵਰਨਾ ਵਹਿਰ ਸੰਤ ਇੱਕ ਸ਼ੁਭ ਆਚਰਨਾ। ਕਿਸੇ ਨੇ ਜਾ ਕੇ ਰਾਜੇ ਨੂੰ ਵੀ ਦੱਸਿਆ ਵੀ ਰਾਜਾ ਤੂੰ ਦਰਸ਼ਨ ਕੀਤੇ ਨੇ, ਤੈਨੂੰ ਵੀ ਦਰਸ਼ਨ ਕਰਨੇ ਚਾਹੀਦੇ ਨੇ, ਬੜਾ ਵੱਡਾ ਮਹਾਤਮਾ ਆਇਆ ਬਈ, ਸਿਰ ਪਾਉਣ ਹਾਰੀ ਲੱਗਦਾ ਹੈ, ਹਵਾ ਹੀ ਖਾਂਦਾ, ਹੋਰ ਕੁਛ ਨਹੀਂ ਖਾਂਦਾ। ਇਹ ਚਰਚਾ, ਇਹ ਵਡਿਆਈ ਰਾਜੇ ਕੋਲ ਵੀ ਗਈ। ਇਹ ਉਹੀ ਰਾਜਾ ਹੈ ਜਿਹਦਾ ਜੀਵਨ ਠੀਕ ਨਹੀਂ ਹੈ। ਹਾਂਜੀ। ਦਰਸ਼ਨ ਕਰੋ ਆਪ ਚਲ ਤਾਹੀ ਸੁਣਤ ਪਚਣ ਕਲਮਲ ਮਿਟ ਜਾਹੀ। ਆਖਿਆ ਰਾਜਾ ਉਠੋ ਆਪ ਚੱਲੋ, ਚੱਲ ਕੇ ਉਸ ਸੰਤ ਦੇ ਬਚਨ ਤਾਂ ਸੁਣੋ, ਪਤਾ ਤੇ ਲੱਗੇ ਤੁਹਾਨੂੰ
ਭੂਪਤ ਨਿਕਟ ਜਾਏ ਜਸ ਵਰਨਾ ਵਹਿਰ ਸੰਤ ਇੱਕ ਸ਼ੁਭ ਆਚਰਣਾ ਦਰਸ਼ਨ ਕਰੋ ਆਪ ਚਲ ਤਾਹੀ ਸੁਨਤ ਬਚਨ ਕਲ ਮਲ ਮਿਟ ਜਾਹੀ। ਰਾਜਾ ਪਾਪ ਮਿਟ ਜਾਣਗੇ, ਜਨਮਾਂ ਜਨਮਾਂਤਰਾਂ ਦੇ ਪਾਪਾਂ ਤੋਂ ਛੁਟਕਾਰਾ ਹੋ ਜਾਏਗਾ। ਹਾਂਜੀ। ਨਰਨ ਪਰ ਬੁੱਧਿਓ ਨਰਪਤ ਆਇਓ ਬਸਤ ਆਹਾਰ ਉਪਾਇਨ ਲਿਆਇਓ। ਰਾਜਾ ਫਿਰ ਪ੍ਰਜਾ ਦਾ ਪ੍ਰੇਰਿਆ ਹੋਇਆ ਘਰੋਂ ਤੁਰ ਪਿਆ। ਬਹੁਤ ਸਾਰੀਆਂ ਭਿਟਾਵਾਂ ਲਈਆਂ ਨੇ, ਬੜੀ ਸ਼ਰਧਾ ਨਾਲ, ਬੜੇ ਅਕੀਦੇ ਭਰੋਸੇ ਨਾਲ ਆ ਕੇ ਉਹਨੇ ਗੁਰੂ ਜੀ ਦੇ ਦਰਸ਼ਨ ਕੀਤੇ ਨੇ। ਹਾਂਜੀ। ਆਨ ਚਰਨ ਪਰ ਬੰਧਨ ਕਰਕੇ ਕਰੀ ਬਿਨਹਿ ਬਚ ਦੀਨ ਉਚਰ ਕੇ। ਇੱਥੇ ਆ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਬੇਨਤੀਆਂ ਕੀਤੀਆਂ, ਭਿਟਾਵਾਂ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀਆਂ। ਹਾਂਜੀ। ਕਰੋ ਉਪਾਇਨ ਅੰਗੀਕਾਰਾ ਰੁਚ ਸੋ ਖਾਵੋ ਰੁਚਰ ਆਹਾਰਾ। ਕਹਿਣ ਲੱਗਾ ਜੀ ਮੈਂ ਸੇਵਾ ਲੈ ਕੇ ਆਇਆ, ਭੇਟਾ ਲੈ ਕੇ ਆਇਆ, ਪਦਾਰਥ ਲੈ ਕੇ ਆਇਆ, ਬਸਤਰ ਲੈ ਕੇ ਆਇਆ, ਮਾਇਆ ਲੈ ਕੇ ਆਇਆ। ਕਹਿਣ ਲੱਗਾ ਜੀ ਅੰਗੀਕਾਰ ਕਰੋ, ਭਾਵ ਭੋਜਨ ਖਾਓ, ਬਸਤਰ ਪਾਓ, ਧਨ ਖਰਚੋ, ਮੇਰੀ ਸੇਵਾ ਕਬੂਲ ਹੋਵੇ, ਮੇਰੀ ਸੇਵਾ ਪ੍ਰਵਾਨ ਕਰੋ। ਹਾਂਜੀ। ਸੁੰਦਰ ਪਹਿਰੋ ਚੀਰ ਸਰੀਰਾ ਸੰਤ ਰੂਪ ਤੁਮ ਗੁਣੀ ਗਹੀਰਾ। ਆਖਿਆ ਮਹਾਰਾਜ ਇਹ ਸੁੰਦਰ ਬਸਤਰ ਨੇ ਤੇ ਤੁਸੀਂ ਸੰਤ ਰੂਪ ਹੋ, ਭਾਵ ਤੁਸੀਂ ਬਸਤਰਾਂ ਤੋਂ ਚੰਗੇ ਹੋ, ਬਸਤਰ ਤੁਹਾਡੇ ਤੋਂ ਚੰਗੇ ਨੇ। ਤੁਸੀਂ ਸੰਤ ਤੇ ਬਸਤਰ ਕੀਮਤੀ ਪਾਓਗੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ, ਦੁੱਤ ਵੱਧ ਜਾਏਗੀ, ਸ਼ੋਭਾ ਵੱਧ ਜਾਏਗੀ। ਕਹਿਣ ਲੱਗਾ ਮਹਾਰਾਜ ਇਹ ਮੇਰੀ ਸੇਵਾ ਅੰਗੀਕਾਰ ਕਰੋ। ਸੰਤ ਰੂਪ ਤੁਮ ਗੁਣੀ ਗਹੀਰਾ, ਤੁਸੀਂ ਗੁਣਾਂ ਦੇ ਘਰ ਹੋ। ਹਾਂਜੀ। ਗੁਰ ਕੈ ਹਮਰੇ ਕਾਜ ਨ ਦੇਹੋ ਗਰੀਬਣ ਜਾਏ। ਸਤਿਗੁਰੂ ਕਹਿਣ ਲੱਗੇ ਭਾਈ ਇਹ ਰਾਜਾ ਇਹ ਚੀਜ਼ਾਂ ਸਾਡੇ ਕਿਹੜੇ ਕੰਮ ਨੇ? ਨਾ ਤੇਰੇ ਪਦਾਰਥ, ਨਾ ਤੇਰੇ ਬਸਤਰ, ਨਾ ਤੇਰੀ ਧਨ ਦੌਲਤ। ਕਹਿਣ ਲੱਗੇ ਜਾ ਜਾ ਕੇ ਗਰੀਬਾਂ 'ਚ ਵੰਡ, ਤੈਨੂੰ ਪੁੰਨ ਫਲ ਲੱਗੇਗਾ, ਭਲਾ ਹੋ ਜਾਏਗਾ ਤੇਰਾ। ਹਾਂਜੀ। ਤ੍ਰਿਪਤ ਸਰਬ ਵਸਤੂਨ ਸੋ ਹਮ ਕੋ ਚਾਹੇ ਨ ਕਾਏ। ਇਸ ਕਰਕੇ ਤੇਰੀਆਂ ਵਸਤਾਂ ਦੇ ਵਿੱਚੋਂ ਸਾਨੂੰ ਕੋਈ ਇੱਛਾ ਨਹੀਂ, ਨਾ ਸਾਨੂੰ ਤੇਰਾ ਭੋਜਨ ਚਾਹੀਦਾ ਹੈ, ਨਾ ਸਾਨੂੰ ਤੇਰੇ ਬਸਤਰ ਚਾਹੀਦੇ ਨੇ, ਨਾ ਸਾਨੂੰ ਤੇਰੀ ਟਹਿਲ ਸੇਵਾ ਚਾਹੀਦੀ ਹੈ, ਨਾ ਸਾਨੂੰ ਤੇਰੀ ਧਨ ਦੌਲਤ ਚਾਹੀਦੀ ਹੈ। ਹਾਂਜੀ। ਸ਼ਰਧਾ ਔਰ ਧਾਰੇ ਜੋਰੇ ਹੱਥਾ ਬੋਲਿਓ ਬਚਨ ਬਹੁਰ ਨਰ ਨਾਥਾ। ਇੱਥੇ ਫਿਰ ਇਹ ਰਾਜਾ ਘੜੀ ਘੜੀ ਹੱਥ ਜੋੜਦਾ ਹੈ, ਮਿੰਨਤਾਂ ਕਰਦਾ ਹੈ। ਕਹਿੰਦਾ ਮਹਾਰਾਜ ਕੋਈ ਸੇਵਾ ਤੇ ਮੇਰੀ ਕਬੂਲ ਕਰੋ। ਸ਼ਰਧਾ ਔਰ ਧਰ ਜੋਰ ਹਾਥਾ ਬੋਲਿਓ ਬਚਨ ਕਰੋ ਨਰ ਨਾਥਾ। ਕਹਿਣ ਲੱਗਾ ਜੀ ਹੇ ਮਨੁੱਖਾਂ ਦੇ ਮਾਲਕ ਮੈਨੂੰ ਵੀ ਪ੍ਰਵਾਨ ਕਰ ਲਓ, ਮੈਨੂੰ ਕਬੂਲ ਕਰੋ। ਮੈਂ ਇੰਨੀਆਂ ਭੇਟਾਵਾਂ ਲੈ ਕੇ ਆਇਆ, ਕੋਈ ਤਾਂ ਰੱਖ ਲਓ, ਕੋਈ ਤਾਂ ਲੈ ਲਓ। ਹਾਂਜੀ। ਸੰਤ ਤੁਮੈ ਪਰਵਾਹ ਨ ਕੋਈ ਮੇਰੋ ਇਸ ਬਿਦ ਭਲਾ ਨਾ ਹੋਈ। ਕਹਿਣ ਲੱਗਾ ਜੀ ਤੁਸੀਂ ਸੰਤ ਹੋ, ਤੁਹਾਨੂੰ ਕੀ ਪਰਵਾਹ ਹੈ? ਤੁਸੀਂ ਨਾ ਵੀ ਲਵੋ ਤਾਂ ਵੀ ਕੋਈ ਗੱਲ ਨਹੀਂ, ਪਰ ਮੇਰਾ ਭਲਾ ਕਿਵੇਂ ਹੋਏਗਾ? ਮੇਰੀ ਮਾਇਆ ਕਿਵੇਂ ਸਫਲੀ ਹੋਏਗੀ? ਮੇਰੇ ਪਦਾਰਥ ਕਿਵੇਂ ਪਵਿੱਤਰ ਹੋਣਗੇ? ਮੈਂ ਵੀ ਤੁਹਾਡੀ ਸੇਵਾ ਦੇ ਵਿੱਚ ਆਇਆ ਤੇ ਮੇਰੀ ਸੇਵਾ ਤਾਂ ਮਹਾਰਾਜ ਤਾਂ ਹੀ ਕਬੂਲ ਹੋਏਗੀ ਜੇ ਕੋਈ ਚੀਜ਼ ਤੁਸੀਂ ਆਪਣੇ ਕੋਲ ਰੱਖੋਗੇ ਤਾਂ
ਹਾਂਜੀ। ਸੰਤ ਸਦੀਵ ਸਰਬ ਉਪਕਾਰੀ, ਕਰੋ ਭਲਾ ਲਿਓ ਭੇਟ ਹਮਾਰੀ। ਜਿਹੜੇ ਸੰਤ ਹੁੰਦੇ ਨੇ ਉਹ ਤਾਂ ਸਦਾ ਹੀ ਪਰਉਪਕਾਰੀ ਹੁੰਦੇ ਨੇ, ਤੇ ਤੁਸੀਂ ਇੱਕ ਪਰਉਪਕਾਰ ਕਰੋ ਵੀ ਮੇਰੀ ਵੀ ਭੇਟਾ ਲੈ ਲਓ। ਹਾਂਜੀ। ਰਾਵਰ ਸ਼ਰਨ ਪਰਿਓ ਮੈਂ ਆਈ, ਸੁਨੀ ਸ਼ਰੋਣ ਮੈਂ ਅਦਕ ਬੜਾਈ। ਮੈਂ ਤੁਹਾਡੀ ਸ਼ੋਭਾ ਸੁਣੀ ਹੈ, ਤੁਹਾਡੀ ਮਹਿਮਾ ਸੁਣੀ ਹੈ, ਬੜੀ ਅਦਕ ਮਹਿਮਾ ਸੁਣੀ ਹੈ। ਤੁਹਾਡੀ ਮਹਿਮਾ ਸੁਣ ਕੇ ਰਾਵਰ ਸ਼ਰਨ ਪਰਿਓ ਮੈਂ ਆਈ, ਸੁਣੀ ਸ਼ਰੋਣ ਮੈਂ ਅਦਕ ਬੜਾਈ। ਮੈਂ ਕੰਨਾਂ ਨਾਲ ਸੁਣਿਆ ਸੀ ਤੇ ਕਿ ਤੁਹਾਡੀ ਮਹਿਮਾ ਬੜੀ ਹੈ, ਤੇ ਹੁਣ ਤੇ ਕੋਈ ਝੂਠ ਹੈ ਹੀ ਨਹੀਂ। ਇਹ ਸਾਰਾ ਕੁਝ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਵੇਖ ਲਿਆ ਕਿ ਇੰਨੇ ਦਿਨ ਹੋ ਗਏ, ਕੋਈ ਪਾਣੀ ਨਹੀਂ, ਕੋਈ ਪਦਾਰਥ ਨਹੀਂ, ਕੋਈ ਕਿਰਿਆ ਨਹੀਂ। ਹਾਂਜੀ। ਕਿਰਪਾ ਧਾਰ ਗੁਰ ਕਹਿਓ ਬਹੋਰੀ, ਕਰਨ ਭਲਾ ਨਿਜ ਚਾਹੇ ਨਾ ਤੋਰੀ। ਸਤਿਗੁਰੂ ਜੀ ਕਰਨ ਭਲਾ ਨਿਜ ਚਾਹੇ ਜੇ ਤੋਰੀ, ਤਜ ਵਿਵਚਾਰ ਜੋ ਕਰੋ ਬਹੋਰੀ। ਕਿਰਪਾ ਧਾਰ ਗੁਰ ਕਹਿਓ ਬਹੋਰੀ। ਸਤਿਗੁਰੂ ਜੀ ਤਰੁੱਠੇ, ਕਹਿਣ ਲੱਗੇ ਭਾਈ ਤੂੰ ਆਪਣਾ ਭਲਾ ਚਾਹੁੰਦਾ ਹੈ, ਜੇ ਭਲਾ ਚਾਹੁੰਦਾ ਹੈ, ਜੇ ਤੂੰ ਇਹਦੇ ਵਿੱਚ ਆਪਣੀ ਸੁੱਖ ਮੰਗਣੀ ਚਾਹੁੰਦਾ ਹੈ, ਜੇ ਤੂੰ ਆਪਣਾ ਅੱਗਾ ਸਵਾਰਨਾ ਚਾਹੁੰਦਾ ਹੈ, ਹਾਂਜੀ, ਤਾਜ ਵਿਚਾਰ ਜੋ ਪਾਪ ਕਮਾਵਤ, ਨਿਤ ਪਰ ਤ੍ਰਿਯਸੋਂ ਕੇਲ ਰਚਾਵਤ। ਫਿਰ ਇਹ ਜਿਹੜੇ ਵਿਚਾਰ ਕਰਮ ਕਰਦਾ ਹੈ ਇਹਦਾ ਤਿਆਗ ਕਰ। ਜਿਹੜੇ ਰੋਜ਼ ਇਸਤਰੀਆਂ ਦੇ ਭੋਗ ਭੋਗਦਾ ਹੈ ਇਸ ਨੂੰ ਖਤਮ ਕਰ। ਹਾਂਜੀ। ਜੇ ਤੂੰ ਤਜੇ ਮਾਣ ਬਚ ਹਮਰਾ, ਸਰਬ ਪਰ ਕਾਲ ਭਲਾ ਹਵੈ ਤੁਮਰਾ। ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਤੂੰ ਤਜੇ ਮਨ ਬਚ ਹਮਰਾ, ਜੇ ਤੂੰ ਇਹ ਚੀਜ਼ਾਂ ਛੱਡਣੀਆਂ ਚਾਹੁੰਦਾ ਜਾਂ ਛੱਡ ਸਕਦਾ, ਕੀ ਤੂੰ ਸਾਡਾ ਬਚਨ ਮੰਨੇਗਾ? ਜੇ ਤੂੰ ਕਵੇਂ ਵੀ ਤੂੰ ਮੱਥਾ ਟੇਕੇ ਤੇ ਅਸੀਂ ਟਿਕਾ ਲਈਏ, ਸਤਿਗੁਰੂ ਕਹਿੰਦੇ ਬਿਲਕੁਲ ਨਹੀਂ ਕਰਾਂਗੇ ਇੱਦਾਂ ਬਈ, ਤੈਨੂੰ ਸਾਡਾ ਬਚਨ ਮੰਨਣਾ ਪਵੇਗਾ। ਜੇ ਤੂੰ ਸਾਡਾ ਬਚਨ ਮੰਨੇਗਾ, ਸਰਬ ਪ੍ਰਕਾਰ ਭਲਾ ਹਵੈ ਤੁਮਰਾ, ਤੇ ਫਿਰ ਤੇ ਤੇਰਾ ਭਲਾ ਹੀ ਭਲਾ ਹੈ, ਫਿਰ ਤੇ ਤੇਰਾ ਲੋਕ ਵੀ ਸੁਖੀ ਹੈ, ਪਰਲੋਕ ਵੀ ਸੁਹੇਲਾ ਹੈ। ਹਾਂਜੀ। ਅਪਰ ਪਦਾਰਥ ਕੀ ਜੇ ਚਾਈ, ਸੋ ਦਿਵਾਏ ਦੇ ਪ੍ਰਭ ਪਾਹੀ। ਸਤਿਗੁਰੂ ਕਹਿਣ ਲੱਗੇ ਰਾਜਾ ਤੂੰ ਸਾਨੂੰ ਕੀ ਦੇਣਾ ਹੈ ਬਈ, ਤੂੰ ਦੱਸ ਤੈਨੂੰ ਹੋਰ ਕੀ ਚਾਹੀਦਾ ਹੈ, ਤੂੰ ਸਾਡਾ ਬਚਨ ਮੰਨ। ਕਹਿੰਦੇ ਜੋ ਕਵੇਂਗਾ ਉਹ ਤੈਨੂੰ ਰੱਬ ਤੋਂ ਲੈ ਕੇ ਦਿਆਂਗੇ, ਰੱਬੀ ਦਰਗਾਹ ਤੋਂ ਤੈਨੂੰ ਹੋਰ ਵੀ ਮਿਲੇਗਾ। ਹਾਂਜੀ। ਸੁਣ ਕਰ ਭੂਪਤ ਸ਼ਰਦ ਬੜਾਈ, ਸਿੱਖ ਹੋਣ ਕੀ ਗਿਰਾ ਅਲਾਈ। ਸਤਿਗੁਰੂ ਪਿਤਾ ਮਹਾਰਾਜ ਨੇ ਉਪਦੇਸ਼ ਕੀਤਾ, ਸੁਣ ਕਰ ਭੂਪਤ ਸ਼ਰਦ ਬੜਾਈ। ਰਾਜੇ ਦੇ ਮਨ ਵਿੱਚ ਸ਼ਰਧਾ ਵੱਧ ਗਈ, ਕਹਿਣ ਲੱਗਾ ਗੱਲ ਤੇ ਇਹਨਾਂ ਦੀ ਠੀਕ ਹੈ, ਉਪਦੇਸ਼ ਤਾਂ ਠੀਕ ਹੈ, ਸਿੱਖ ਹੋਣ ਕੀ ਗਿਰਾ ਅਲਾਈ। ਕਹਿਣ ਲੱਗਾ ਜੀ ਮੈਨੂੰ ਬਣਾਓ ਆਪਣਾ ਸਿੱਖ, ਮੈਂ ਤੁਹਾਡਾ ਸਿੱਖ ਬਣਨ ਵਾਸਤੇ ਤਿਆਰ ਹਾਂ। ਹਾਂਜੀ। ਮਨ ਚੰਚਲ ਬਿਸ਼ੀਨ ਲਪਟਾਵਾ, ਤਿਆ ਰਸ ਤੇ ਕਬ ਨੇ ਤ੍ਰਿਪਤਾਵਾ। ਕਹਿਣ ਲੱਗਾ ਜੀ ਇਹ ਗੱਲ ਬਿਲਕੁਲ ਸੱਚ ਹੈ ਕਿ ਮਨ ਮੇਰਾ ਇਹਨਾਂ ਵਿਸ਼ਿਆਂ ਵਕਾਰਾਂ ਵਿੱਚ ਲਿਪਟ ਗਿਆ ਕਿ ਮੈਂ ਇਹਨਾਂ ਵਿਵਚਾਰੀ ਕਰਮਾਂ ਤੋਂ ਰਹਿ ਹੀ ਨਹੀਂ ਸਕਦਾ। ਇਹ ਦੋਸ਼ ਮੇਰੇ ਵਿੱਚ ਹੈ, ਇਹ ਕੁਕਰਮ ਮੇਰੇ ਵਿੱਚ ਹੈ, ਇਹ ਮਾੜਾ ਔਗਣ ਮੇਰੇ ਵਿੱਚ ਬਹੁਤ ਵੱਡਾ ਹੈ, ਪਰ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ, ਤੁਸੀਂ ਮੇਰੇ ਤੇ ਕਿਰਪਾ ਕਰੋ, ਫਿਰ ਮੇਰੇ ਔਗਣ ਵੀ ਕੱਟੋ। ਹਾਂਜੀ।
ਨਿਤ ਪ੍ਰਤ ਲਾਲਸ ਬਦੈ ਬਦੇਰੀ, ਜਿਉ ਇੰਦਣ ਤੇ ਅਗਣ ਕਨੇਰੀ। ਇਸ ਕਾਮ ਵਾਸ਼ਨਾ ਦੇ ਵਿੱਚ ਮੈਂ ਨਿਕਲ ਹੀ ਨਹੀਂ ਪਾ ਰਿਹਾ। ਸੱਚ ਇਹ ਹੈ ਵੀ ਇਹ ਚੀਜ਼ ਰੋਜ਼ ਵੱਧਦੀ ਤੁਰੀ ਜਾਂਦੀ ਹੈ। ਇਹ ਤਾਂ ਇਵੇਂ ਵੱਧਦੀ ਜਾਂਦੀ ਹੈ ਜਿਵੇਂ ਲੱਕੜਾਂ ਦੇ ਨਾਲ ਕਦੇ ਅੱਗ ਤ੍ਰਿਪਤ ਨਹੀਂ ਹੁੰਦੀ, ਤੇ ਨਾ ਹੀ ਇਸ ਤਰ੍ਹਾਂ ਮਾੜੇ ਕਰਮ ਕੀਤਿਆਂ ਕਦੇ ਮਨੁੱਖ ਤ੍ਰਿਪਤ ਹੁੰਦਾ ਹੈ। ਹਾਂਜੀ। ਨਿਜ ਉਪਦੇਸ਼ ਸੁਨਾਏ ਬਿਸਾਲਾ, ਮਮ ਮਮ ਮੋਰੋ ਗੁਰੂ ਕਿਰਪਾਲਾ। ਫਿਰ ਉਸਨੇ ਵੀ ਕਿਹਾ, ਨਿਜ ਉਪਦੇਸ਼ ਸੁਣਾਏ ਵਿਸਾਲਾ, ਮਨ ਮਮ ਮਨ ਮੋਰੋ ਗੁਰੂ ਕਿਰਪਾਲਾ। ਕਹਿਣ ਲੱਗਾ ਜੀ ਫਿਰ ਆਪਣਾ ਉਪਦੇਸ਼ ਵੀ ਦਿਓ, ਮੈਨੂੰ ਆਪਣਾ ਸਿੱਖ ਵੀ ਬਣਾਓ, ਮਾੜੇ ਪਾਸਿਓਂ ਮੇਰਾ ਮਨ ਵੀ ਮੋੜੋ, ਭਲੇ ਪਾਸੇ ਮੇਰੇ ਮਨ ਦੀ ਪ੍ਰੇਰਣਾ ਹੋ ਜਾਏ। ਹਾਂਜੀ। ਸੁਨ ਕੈ ਦੀਨ ਬੰਦ ਅਸ ਬਚਣਾ, ਬੋਲੇ ਤਿਏ ਬਿਰਾਗ ਕੀ ਰਚਨਾ। ਇਸ ਤਰ੍ਹਾਂ ਸੁਣ ਕੇ ਦੀਨਾ ਬੰਦ ਅਸ ਬਚਨਾ। ਗੁਰੂ ਜੀ ਜਿਹੜੇ ਦੀਨਾ ਬੰਧੂ ਨੇ, ਗਰੀਬਾਂ ਦੇ ਭਰਾ ਨੇ ਗੁਰੂ ਜੀ। ਆਪਾਂ ਤੇ ਕਈ ਵਾਰੀ ਨਾ ਬਹੁਤ ਵੱਡੇ ਵਿਸ਼ੇਸ਼ਣ ਲਾਉਂਦੇ ਆ, ਤੇ ਉਹ ਕੋਈ ਗਲਤ ਵੀ ਨਹੀਂ ਹੈਗੇ, ਝੂਠੇ ਵੀ ਨਹੀਂ ਹੈਗੇ। ਅਸੀਂ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਬਿਲਕੁਲ ਠੀਕ ਹੈ। ਪਰ ਇੰਨੇ ਵੱਡੇ ਹੋਣ ਦੇ ਬਾਵਜੂਦ ਸਤਿਗੁਰੂ ਜੀ ਵਰਤਦੇ ਕਿਵੇਂ ਨੇ? ਵਰਤਦੇ ਇਵੇਂ ਨੇ ਜਿਵੇਂ ਸਾਡੇ ਭਰਾ ਹੁੰਦੇ ਨੇ, ਸਾਡੇ ਗਰੀਬਾਂ ਦੇ ਭਰਾ ਬਣ ਕੇ, ਦੀਨਾ ਬੰਧੂ ਬਣ ਕੇ। ਸਤਿਗੁਰੂ ਪਿਤਾ ਮਹਾਰਾਜ ਨੂੰ ਰਾਜੇ ਨੇ ਬੇਨਤੀਆਂ ਕੀਤੀਆਂ, ਸੁਣ ਕੇ ਦੀਨ ਬੰਦ ਅਸ ਬਚਨਾ, ਬੋਲੇ ਤੀਏ ਬੇਰਾਗ ਕੀ ਰਚਨਾ। ਹੁਣ ਸਤਿਗੁਰੂ ਚਾਹੁੰਦੇ ਨੇ, ਚਾਹੁੰਦੇ ਕੀ? ਸਤਿਗੁਰੂ ਕਰਦੇ ਨੇ, ਕਿਰਪਾ ਕਰਦੇ ਨੇ ਵੀ ਰਾਜੇ ਦਾ ਮਨ ਮੁੜ ਕੇ ਇਸ ਪਾਸੇ ਜਾਵੇ ਹੀ ਨਾ। ਸਮਝਾਉਂਦੇ ਨੇ, ਰਾਜਾ ਦੱਸ ਔਰਤ ਹੈ ਕੀ ਹੈ? ਇਸਤਰੀ ਕਹਿੰਦੇ ਕਿਹਨੂੰ ਨੇ? ਹਾਂਜੀ। ਭੋ ਨ੍ਰਿਪਤੀਏ ਮੈਂ ਕੋ ਵਥਨੀ ਕੀ, ਜਿਸ ਅਵਲੋਕ ਪ੍ਰੀਤ ਹਵਾ ਜੀ ਕੀ। ਦੱਸ ਬਈ ਇਸਤਰੀ ਵਿੱਚ ਅੱਛਾ ਕੀ ਹੈ ਜਿਹਦੇ ਤੋਂ ਤੂੰ ਇਤਨਾ ਲੁਭਾਏਮਾਨ ਹੁੰਨਾ ਹੈ? ਹਾਂਜੀ। ਜੇ ਲੋਚਣ ਕੈ ਕਮਲ ਸਮਾਨਾ, ਗੀੜ ਬਹਤ ਜੈ ਪਿਖਤ ਗਲਾਨਾ। ਇੱਕ ਲੋਕਾਂ ਨੂੰ ਆਦਤ ਹੈ ਕਿ ਉਹ ਇਸਤਰੀ ਦੀਆਂ ਅੱਖਾਂ ਵੇਖ ਕੇ ਕਹਿਣਗੇ ਜੀ ਇਹ ਤਾਂ ਕਮਲ ਫੁੱਲ ਵਰਗੀਆਂ ਨੇ। ਸਤਿਗੁਰੂ ਕਹਿੰਦੇ ਇਹਨਾਂ ਦੇ ਵਿੱਚ ਗੇੜਾ ਹੀ ਵੇਖੀ ਹੈ। ਉਹ ਜਿਹੜੀ ਪੀਲੇ ਰੰਗ ਦੀ ਪੀਕ ਆਉਂਦੀ ਹੈ, ਕਦੇ ਉਹ ਵੇਖੀ ਹੈ? ਅੱਖਾਂ ਵੀ ਮੈਲੀਆਂ ਨੇ। ਹਾਂਜੀ। ਫੋਰ ਬਲੋਕੇ ਜੇ ਤਿਨ ਮਾਹੀ, ਮੇਜ ਨੀਰ ਬਿਨ ਔਰ ਸੁਣਾਹੀ। ਰਹੀ ਗੱਲ ਸਰੀਰ ਨੂੰ ਵੇਖਣ ਦੀ, ਮਿੱਝ ਤੋਂ ਬਿਨਾ, ਪਾਣੀ ਤੋਂ ਬਿਨਾ, ਇਹਦੇ ਵਿੱਚ ਹੈ ਕੀ ਹੈ? ਹਾਂਜੀ। ਅਪਰ ਅੰਗਤ ਨਰੀਤ ਸੁਨੀਜੈ, ਚੰਦ ਸਰਸ ਕੋ ਬਦਨ ਕਹੀਜੈ। ਰਹੀ ਤਨ ਦੀ ਸੁੰਦਰਤਾ। ਐਵੇਂ ਕਹੀ ਜਾਣਾ ਜੀ ਇਹ ਤਾਂ ਇਸਤਰੀ ਚੰਦਰਮਾ ਵਰਗੀ ਹੈ, ਚੰਨ ਵਰਗੀ ਹੈ। ਹਾਂਜੀ। ਚਰਬੀ ਰਕਤ ਲਪੇਟਿਓ ਚਾਮਾ, ਗੌਰ ਰੰਗ ਪਿਖਿਅਤ ਅਬਰਮਾ। ਰੰਗ ਵੇਖਣ ਨੂੰ ਚਿੱਟਾ ਹੈ, ਪਰ ਇਹਦੇ ਵਿੱਚ ਕੀ ਹੈ? ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਚਰਬੀ ਹੈ, ਇਹਦੇ ਵਿੱਚ ਲਹੂ ਹੈ। ਹਾਂ, ਇਹ ਜ਼ਰੂਰ ਹੈ ਕਿ ਉੱਤੇ ਚਿੱਟਾ ਇਹ ਚਮੜਾ ਚੜਾਇਆ ਹੋਇਆ ਹੈ। ਸਕਿਨ ਕੀ ਹੈ? ਇੱਕ ਪਰਤੀ, ਹੋਰ ਤਾਂ ਕੁਝ ਵੀ ਨਹੀਂ ਹੈਗਾ। ਅੰਦਰ ਕੀ ਹੈ? ਅੰਦਰ ਚਰਬੀ ਹੈ ਤੇ ਖੂਨ ਹੈ। ਹਾਂਜੀ। ਪੁਨ ਜੇ ਦਾਤ ਕਾ ਕਲੀ ਸਮਾਨੇ,
ਮਾਸ ਬਿਨਾ ਲਿਓ ਹਾੜ ਪਿਛਾਨੇ। ਰਹੀ ਗੱਲ ਕਿ ਇਸਤਰੀ ਨੂੰ ਕਹਿਣਾ ਵੀ ਤੇਰੇ ਦੰਦ ਤੇ ਕਲੀਆਂ ਵਰਗੇ ਨੇ, ਸਤਿਗੁਰੂ ਕਹਿੰਦੇ ਨਿਰੀਆਂ ਹੱਡੀਆਂ ਨੇ, ਇਹ ਉਹਨਾਂ ਚਿਰ ਹੀ ਸੋਹਣੇ ਲੱਗਦੇ ਜਿੰਨਾ ਚਿਰ ਮੂੰਹ ਚ ਹੁੰਦੇ ਨੇ। ਜਦੋਂ ਕਿਸੇ ਦਾ ਦੰਦ ਜਾਵੇ ਟੁੱਟ, ਇਹ ਲਿਖਿਆ ਹੈ। ਇਹ ਵਾਹਿਗੁਰੂ ਕਿਰਪਾ ਕਰੇ ਆਪਾਂ ਇਹ ਕਥਾ ਕੱਲ ਅੱਗੇ ਸਰਵਣ ਕਰੀਏ। ਸਤਿਗੁਰੂ ਕਹਿੰਦੇ ਟੁੱਟਿਆ ਪੁੱਟਿਆ ਦੰਦ ਕਦੇ ਹੱਥ ਤੇ ਰੱਖਿਓ ਤੇ ਫਿਰ ਵੇਖਿਓ ਵੀ ਦਿਲ ਕਰਦਾ ਵੀ ਇਹਨੂੰ ਜੇਬ ਚ ਪਾ ਕੇ ਰੱਖ ਲਈਏ। ਸੁਧੀ ਹੱਡੀ ਹੈ, ਬਾਕੀ ਕੁਝ ਵੀ ਨਹੀਂ ਹੈ। ਸਤਿਗੁਰੂ ਜੀ ਨੇ ਇਸ ਤਰ੍ਹਾਂ ਰਾਜੇ ਨੂੰ ਉਪਦੇਸ਼ ਦਿੱਤਾ ਹੈ। ਅੱਜ ਸਮਾਂ ਸਮਾਪਤ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।